गुरु वाहिगुरु 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 श्री गुरु ग्रंथ साहब जी की हजूरी अंदर जुड़ बैठी गुरु रूह गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, आप सारे सतसंग के रूप एक परिवार के रूप जुड़ बैठे हाँ श्री गुरु ग्रंथ साहब जी की हजूरी अंदर। जो गुरबाणी गुरु आपां गुरु साहिबाना ने, भगतां ने, गुरसिखां ने, संत साधु जना ने उपदेश बख्शिश किया। जिस तरह आप गुरमुखां पासों कीर्तन राही सरवण कर रहे सी, धन धन श्री गुरु अमरदास जी महाराज, जो उन्होंने अज ज्योति जोत दिवस है, उन्होंने जीवन में आप करोड़ों बार भी नमस्कार करिए। किमें उन्होंने परमात्मा वाहिगुरु नाल मिलाप किया, किमें विछोड़ा पिया, सारा उन्होंने आपको अपने जीवन का अनुभव गुरबाणी गुरु राही दस। जदों गुरु की शरण दे विच नहीं सी गए, पहला वो बहुत वड्डे विद्वान सी, वेदां दे ज्ञाता सी। अपनी विदवता दिखाने वास्ते हरिद्वार जाया करते थे, समझते सी भी पंजाब की धरती ते जिन्ना मैनू ज्ञान है किसी नूं उन्ना ज्ञान नहीं है। तकरीबन 22 बार उतों जित के आए। जिहड़ा विद्वान हुंदा उहदे अंदर हौमे हुंदी, क्योंकि उन्होंने अखरी ज्ञान हुंदा, उन्होंने बाहरी बहुत ज्ञान हुंदा। पर वो विद्वान नूं अंदर का ज्ञान नहीं हुंदा, अंदर की सोझी नहीं हुंदी, अंदर का भेद नहीं हुंदा, उन्हें अखरी ज्ञान लिया हुंदा बाहरों। और इस करके वो विद्वान होने करके कोई गुरसिख मिले तो उन्हें जो अंदर की गल पूछी भी जदों तुसीं घर जाते हो, निज महल में जाते हो, उत्थे तो कोई वचन सुनाओ घर का। भी जदों तुसीं निज घर जाते हो, थिर घर जाते हो, उत्थे मालक दे नाल की तुहाडे विचार होंदे ने, किवें तुसीं निज घर दे विच जाते हो, किवें दरवाजे नूं खोलदे हो, कोई अंदर दा घर दा कोई वचन सुनाओ। हुण अंदरों खाली सी, अंदर का भेद नहीं सी, सिर्फ बाहरी ज्ञान से। फिर वो वैरागी हो गए भी, क्योंकि उम्र भी काफ़ी हो चुकी सी, भी इन्ना समा लंघ गया भी ये तो सारा बाहरी ज्ञान ही, अंदर का भेद ही ना होया घर का। फिर वो गुरु की शरण च गए, गुरु अंगद देव जी पास। रिश्ते में वो कुड़म लगते सी। हुण जदों गुरु पास गए तो उन्होंने बेनती करन लगे भी सानू भी ये ब्रह्म का ज्ञान दो, जो तुसीं ये कथ कहानी करते हो सानू भी भेत दो। महाराज कहन लगे भी ये सब तो वड्डी जिहड़ी रुकावट है, एक तो हौमे हुंदी, तुसीं विद्वान हो,
ਬਾਹਰੀ ਗਿਆਨ ਨੇ ਤੇ ਹਉਮੈ ਵੀ ਵਿਦਵਾਨ ਦੇ ਵਿੱਚ ਬਹੁਤ ਹੁੰਦੀ। ਦੂਸਰੀ ਇਹਦੇ ਵਿੱਚ ਰੁਕਾਵਟ ਹੈ ਵੱਡੀ ਲੋਕ ਲੱਜਾ। ਵਿਦਵਾਨ ਜਿਹੜਾ ਹੁੰਦਾ ਉਹਦੇ ਅੰਦਰ ਲੋਕ ਲੱਜਾ ਵੀ ਹੁੰਦੀ ਵੀ ਜੇ ਮੈਂ ਹੋਰ ਕਿਸੇ ਕੋਲ ਜਾਵਾਂਗਾ ਮੈਂ ਪੁੱਛਾਂਗਾ ਤੇ ਲੋਕ ਕੀ ਕਹਿਣਗੇ ਵੀ ਇਹ ਉੱਦਾਂ ਦਾ ਕਹਿੰਦਾ ਮੈਨੂੰ ਬਹੁਤ ਗਿਆਨ ਹੈ, ਮੈਂ ਵਿਦਵਾਨ ਆ ਇਹ, ਤੇ ਇਹਨੂੰ ਹੀ ਨਹੀਂ ਪਤਾ ਇਹੋ ਅੱਗੇ ਪੁੱਛਦਾ ਫਿਰਦਾ। ਇਸ ਕਰਕੇ ਸਭ ਤੋਂ ਵੱਡੀਆਂ ਰੁਕਾਵਟਾਂ ਨੇ ਦੋ। ਤੇ ਉਹ ਕਹਿਣ ਲੱਗੇ ਵੀ ਹਉਮੈ ਤਾਂ ਜਿਹੜੀ ਸਾਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਹਉਮੈ ਜਿਹੜੀ ਉਹ ਸਾਡੀ ਕਿਸੇ ਕੰਮ ਦੀ ਨਹੀਂ, ਕਿਉਂਕਿ ਜਦੋਂ ਸਾਨੂੰ ਅੰਦਰ ਦਾ ਗਿਆਨ ਹੀ ਨਹੀਂ, ਅੰਦਰ ਦਾ ਭੇਤ ਹੀ ਨਹੀਂ। ਇਹ ਹੁਣ ਲੋਕ ਲੱਜਾ ਜਿਹੜੀ ਇਹ ਤੋਂ ਅਸੀਂ ਕਿਵੇਂ ਉੱਪਰ ਉੱਠੀਏ, ਤੁਸੀਂ ਕਿਰਪਾ ਕਰੋ। ਫਿਰ ਹਮਾਰੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਿਮਰਨ ਦੱਸਿਆ ਵੀ ਸਿਮਰਨ ਕਰਨਾ ਪੈਣਾ, ਤੇ ਨਾਲ ਨਾਲ ਲੋਕ ਲੱਜਾ ਤੋਂ ਉੱਪਰ ਉੱਠਣ ਵਾਸਤੇ ਫਿਰ ਨਾਲ ਉਹ ਤਨ ਕਰਕੇ ਵੀ ਸੇਵਾ ਕਰਦੇ ਤੇ ਨਾਲ ਨਾਲ ਸਿਮਰਨ ਕਰਦੇ। ਫਿਰ ਆਪਾਂ ਜਿਵੇਂ ਇਤਿਹਾਸ ਜਾਣਦੇ ਹਾਂ ਵੀ ਜਦੋਂ ਗਾਗਰ ਦੀ ਸੇਵਾ ਕਰਦੇ ਕਿਵੇਂ ਜੀਵ ਉਹਨਾਂ ਨੂੰ ਮਿਹਣੇ ਮਾਰਦੇ, ਕਿਵੇਂ ਉਹਨਾਂ ਨੂੰ ਤਾਨੇ ਮਾਰਦੇ ਵੀ ਕਿਵੇਂ ਕੁੜਮ ਦਾ ਪਾਣੀ ਭਰਦਾ ਫਿਰਦਾ, ਕਿਵੇਂ ਕਰਦਾ ਹੈ। ਉਹ ਜਦੋਂ ਜੀਵ ਸ਼ਬਦ ਦੀਆਂ ਚੋਟਾਂ ਮਾਰਦੇ ਜੀਵ, ਉਹ ਫਿਰ ਲੋਕ ਲੱਜਾ ਤੋਂ ਉੱਪਰ ਉੱਠ ਜਾਈਦੇ। ਫਿਰ ਇਸ ਤਰ੍ਹਾਂ ਉਹਨਾਂ ਨੇ ਜਦੋਂ ਲਗਾਤਾਰ ਅਭਿਆਸ ਕੀਤਾ, ਸਿਮਰਨ ਕੀਤਾ, ਫਿਰ ਜੋ ਅੰਦਰ ਆਪਣੇ ਨਾਮ ਹੈ ਫਿਰ ਉਹਨਾਂ ਨੂੰ ਸੁਣਾਈ ਦਿੱਤਾ। ਉਹ ਨਾਮ ਜਿਸ ਨਾਮ ਦੀ ਮਹਿਮਾ ਵੇਦਾਂ 'ਚ ਵੀ ਕੀਤੀ ਗਈ ਸੀ ਤੇ ਜਿਸ ਵੇਦਾਂ ਦੇ ਉਹ ਗਿਆਤਾ ਸੀ, ਪਹਿਲਾਂ ਵਿਦਵਾਨ ਸੀ। ਫਿਰ ਆਪਾਂ ਨੂੰ ਦੱਸਣ ਲੱਗੇ ਵੀ ਜਿਸ ਨਾਮ ਦੀ ਮਹਿਮਾ ਵੇਦਾਂ ਦੇ ਵਿੱਚ ਕੀਤੀ ਗਈ ਹੈ, ਪਰ ਪਹਿਲਾਂ ਅਸੀਂ ਉਹ ਨਾਮ ਨੂੰ ਸੁਣਿਆ ਨਹੀਂ ਜਦ ਤੱਕ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਗਏ, ਤੇ ਨਾਮ ਤੋਂ ਬਿਨਾਂ ਸਾਡਾ ਜਿਹੜਾ ਮਨ ਉਹ ਬੌਰਾ ਹੋਇਆ ਫਿਰਦਾ, ਉਹ ਕਮਲਾ ਹੋਇਆ ਫਿਰਦਾ। ਤੇ ਮਹਾਰਾਜ ਫਰਮਾਉਣ ਲੱਗੇ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ। ਬਈ ਜਿਨ੍ਹਾਂ ਵੇਦਾਂ ਦੇ ਵਿੱਚ ਨਾਮ ਦੀ ਮਹਿਮਾ ਕੀਤੀ ਗਈ ਸੀ ਉਹ ਨਾਮ ਨੂੰ ਤਾਂ ਸੁਣਿਆ ਹੀ ਨਹੀਂ, ਨਾਮ ਦਾ ਤਾਂ ਭੇਤ ਹੀ ਨਹੀਂ ਆਇਆ, ਇਕੱਲੇ ਉਹ ਵੇਦਾਂ ਦੇ ਗਿਆਤਾ ਬਣੇ ਰਹੇ, ਅਖਰੀ ਗਿਆਨ ਜਿਹੜਾ ਉਹ ਲਈ ਗਏ। ਫਿਰ ਆਪਾਂ ਨੂੰ ਦੱਸਿਆ ਵੀ ਜਿਹੜੀ ਸਾਡੇ ਅੰਦਰ ਅਨਹਦ ਬਾਣੀ ਜਿਹਨੂੰ ਸੱਚੀ ਬਾਣੀ ਕਹਿੰਦੇ, ਬਈ ਉਸ ਅਨਹਦ ਬਾਣੀ ਨੂੰ ਅਸੀਂ ਗੁਰੂ ਦੇ ਸ਼ਬਦ ਦੁਆਰਾ ਜਾਣਿਆ, ਪਹਿਲਾਂ ਸਿਮਰਨ ਕੀਤਾ। ਫਰਮਾਉਂਦੇ ਨੇ ਅਨਹਦ ਬਾਣੀ ਗੁਰ ਸ਼ਬਦ ਜਾਣੀ। ਬਈ ਗੁਰੂ ਦੇ ਸ਼ਬਦ ਨੂੰ ਜਦੋਂ ਪੂਰਾ ਦ੍ਰਿੜ ਕੀਤਾ, ਸਿਮਰਨ ਕੀਤਾ, ਤੇ ਫਿਰ ਉਹ ਅੰਦਰੋਂ ਅਨਹਦ ਬਾਣੀ ਸੁਣੀ। ਫਿਰ ਜਦੋਂ ਅਨਹਦ ਬਾਣੀ ਨੂੰ ਸੁਣਿਆ, ਨਾਮ ਨੂੰ ਸੁਣਿਆ, ਫਿਰ ਉਹਨਾਂ ਦੇ ਮਨ ਦੇ ਵਿੱਚ ਇੰਨਾ ਚਾਅ ਪੈਦਾ ਹੋਇਆ, ਤੇ ਫਿਰ ਸਾਨੂੰ ਬੜੇ ਚਾਅ ਦੇ ਨਾਲ ਸਾਰਿਆਂ ਨੂੰ ਦੱਸਣ ਲੱਗੇ ਵੀ ਇਹ ਜਿਹੜਾ ਸਰੀਰ ਇਹ ਤਾਂ ਹਰੀ ਦਾ ਮੰਦਰ ਹੈ, ਇਹਦੇ ਵਿੱਚ ਮਾਲਕ ਆਪ ਵਸਦਾ, ਪਰਮਾਤਮਾ ਆਪ ਵਸਦਾ, ਉਹ ਆਪ ਇਹਦੇ ਵਿੱਚ ਬੋਲ ਰਿਹਾ। ਤੇ ਮਹਾਰਾਜ ਫਰਮਾਉਂਦੇ ਮਨ ਚਾਉ ਭਇਆ ਪ੍ਰਭ ਅਗੰਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਵੀ ਇਹਦਾ ਜਿਹੜਾ ਗ੍ਰਹਿ ਹਰੀ ਦਾ ਮੰਦਰ, ਇਹਦੇ ਵਿੱਚ ਮਾਲਕ ਆਪ ਵਸ ਰਿਹਾ, ਆਪ ਬੋਲ ਰਿਹਾ। ਹੁਣ ਇਹ ਉਹਨਾਂ ਦੇ ਜੀਵਨ ਦਾ ਅਨੁਭਵ, ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਸਾਡੇ ਜੀਵਨ ਦਾ ਸਾਰਿਆਂ ਦਾ ਇਹੀਓ ਮਨੋਰਥ, ਪਰਮਾਤਮਾ ਨਿਰੰਕਾਰ ਦੇ ਨਾਲ ਮਿਲਾਪ ਕਰਨਾ। ਤੇ ਜਦੋਂ ਅਸੀਂ ਪਾਰ ਬ੍ਰਹਮ ਨੂੰ ਮਿਲ ਲਾਂਗੇ, ਫਿਰ ਸਮਝੋ ਵੀ ਸਾਡੇ ਜੀਵਨ ਦਾ ਇੱਥੇ ਆਉਣ ਦਾ ਜਿਹੜਾ ਮਕਸਦ ਸੀ, ਜੋ ਮਨੋਰਥ ਸੀ, ਉਹ ਪੂਰਾ ਹੋ ਗਿਆ। ਤੇ ਆਪਾਂ ਰੋਜ਼ ਪੜ੍ਹਦੇ ਹਾਂ, ਗੁਰੂ ਅਮਰਦਾਸ ਜੀ ਦੇ ਬਚਨ ਫਰਮਾਉਂਦੇ ਨੇ, ਆਨੰਦ ਸੁਣੋ ਬੜੇ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਹੁਣ ਆਪਾਂ ਨੂੰ ਕਹਿੰਦੇ ਵੀ ਸਾਡੇ ਜੀਵਨ ਦਾ ਜਿਹੜਾ ਮਨੋਰਥ ਸੀ ਉਹ ਅਸੀਂ ਪੂਰਾ ਕਰ ਲਿਆ, ਤੇ ਆਪਾਂ ਨੂੰ ਕਹਿੰਦੇ ਹੁਣ ਤੁਸੀਂ ਆਪਦੇ ਅੰਦਰ ਝਾਤੀ ਮਾਰੋ ਬਈ ਮਾਨਸ ਜਾਮਾ ਆਪਾਂ ਨੂੰ ਵੀ ਮਿਲ ਗਿਆ, ਤੇ ਅਸੀਂ ਇਸ ਮਨੋਰਥ ਨੂੰ ਪੂਰਾ ਕੀਤਾ ਕਿ ਨਹੀਂ ਕੀਤਾ। ਕੀ ਅਸੀਂ ਆਪਦੇ ਘਰ ਗਏ ਹਾਂ ਕਿ ਜਾਂ ਨਹੀਂ ਗਏ, ਅਸੀਂ ਮਾਲਕ ਨਾਲ ਮਿਲਾਪ ਕੀਤਾ ਕਿ ਜਾਂ ਨਹੀਂ ਕੀਤਾ। ਜੇ ਅਸੀਂ ਨਹੀਂ ਮਿਲਾਪ ਕੀਤਾ, ਫਿਰ ਆਪਾਂ ਨੂੰ ਦੱਸ ਰਹੇ ਵੀ ਤੁਸੀਂ ਕਰ ਲਓ ਜਿਵੇਂ ਉਹਨਾਂ ਨੇ ਆਪ ਕੀਤਾ। ਗੁਰੂ ਅਮਰਦਾਸ ਜੀ ਨੇ ਫਿਰ ਉਹਨਾਂ ਨੇ ਆਪਾਂ ਨੂੰ ਲਿਖਤੀ ਰੂਪ ਵਿੱਚ ਦੱਸਿਆ। ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਵੀ ਤਾਂ ਕਿ ਸਾਨੂੰ ਕਿਸੇ ਹੋਰ ਪਾਸੇ ਆਸੇ ਭਟਕਣਾ ਨਾ ਪਵੇ, ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹੀਏ
पढ़ के असी विचारीए तो सानू पता लग जाए भी गुरबाणी गुरु सानू परमात्मा नूं मिलाप दा रस्ता दस रहे। साडी सारी इस तन की ये काया की खोज करके आपां नूं 1430 अंग विच दस्सिया होया। और इसलिए महाराज कहते जिहड़े गुरमुख ने वो फिर इस काया की अंदर की खोज करते हो, बाहर भरम दे विच नहीं पैंदी। फरमाउंदे ने गुरमुख होवे सो काया खोजे होर सा भरम भुलाई। हुण आपां ये काया की खोज करनी, ये काया नूं कहंदे पिंडा, शरीर नूं पिंडा आखी। जो आपां बाहर ब्रह्मंड दे विच देखदे हां उहिओ साडे पिंडे अंदर मौजूद। जो असीं अंदरों खोजांगे फिर सानूं अंदरों ही प्राप्ति होएगी। फरमाउंदे ने जो ब्रह्मंडे सोई पिंडे जो खोजे सो पावे। हुण जिहड़े गुरमुख काया दी अंदर दी खोज करदे, अपने घर दी खोज करदे, उन्हां नूं गुरबाणी गुरु विच वड्डे भागां वाले आखी। हुण खोज किवें करदे गुरमुख? वो फिर सिमरन अभ्यास कर करके ज्यों-ज्यों असीं सिमरन करांगे, हुण साडा बाहरमुखी है मन, फिर असीं अंतरमुखी हो जाएंगे। जदों असीं अंतरमुखी होवांगे साडे अंदर की खोज शुरू होएगी। हुण जिवें विग्यान है, संसार है, ये बाहरमुखी है। विग्यान बाहर की खोज करता है। हुण आपां नूं गुरबाणी गुरु विच अंदर की खोज दस्से भी तुसीं आपदे अंदर की खोज करो। ते महाराज कहंदे जिहड़े फिर खोज करदे किवें करदे? सतगुरु फरमाउंदे राम राम बोल बोल खोज ते वडभागी। बई सिमरन अभ्यास कर करके वाहिगुरु वाहिगुरु कर करके फिर असीं ये आपदे अंदर की खोज करनी, आपदे घर की खोज करनी भी साडा वो घर कित्थे है जिस घर दे विच सतगुरु आपां नूं रोज़ बुलाउंदे। आपां रोज़ पढ़दे हां, सानूं कहंदे भी जे तुसीं निज घर दे विच आ जाओगे तुहाडा दोबारा संसार ते फेरा नहीं होएगा, तुहानूं वापस जूना च नहीं भेजिया जाएगा। और आपां रोज़ सतगुरां दे वचन पढ़ लैंदे हां। महाराज फरमाउंदे निज घर महल पाओ सुख सहजे बौर ना होए को फेरा। हुण इह पढ़ लिया, असीं पढ़ के अगे टप गए। जे सानूं कोई पुछे बई तुसीं सानूं दसो भी निज महल दे विच ऐसा की है जिहदे विच जाण ते दोबारा साडा संसार च फेरा नहीं हुंदा, बई वो निज महल दे विच ऐसा की है, तुसीं वो निज महल की सानूं कोई गल सुणाओ, कोई निज महल का वचन सुणाओ। तुसीं निज महल च किवें जांदे हो, निज महल नूं किहड़ा दरवाजा लग्गिआ, किहड़ा जिंदरा लग्गिआ, तुसीं निज महल का वो दरवाजा वो जिंदरा किवें खोलदे हो ते किवें निज महल च प्रवेश हुंदे हो। वो निज महल की कोई गल सुणाओ, कोई वचन सुणाओ। और निज महल का वचन तो असीं तां सुणावांगे ना जे असीं कदे निज महल च गए होवांगे। हुण अज संसार दे विच जीवां की जो हालत है, असीं निज महल च जाना तो दूर, असीं निज महल का दरवाजा ही भुल गए। सानूं नहीं पता भी वो निज महल नूं किहड़ा दरवाजा लग्गिआ, किहड़ा जिंदरा लग्गिआ। असीं निज महल दे अगों दी तां टप जांदे पर असीं निज महल दे विच प्रवेश नहीं हुंदे, उहदे अंदर नहीं जांदे। हुण जदों असीं इस लोक दे विच आके विचारां दे विच दुखी हुंदे हां, साडा मन आशा अभिलाषा दे विच चलदा है, फिर उदों असीं दुखी हुंदे हां, साडा मन विचारां 'च दुखी है। जिवें गुरमुख आपां नूं समझा रहे सी भी इस लोक दे विच हर एक जीव दुखी है। साडे मनां दी ये हालत देख के ही गुरु नानक पातशाह ने फरमाया है नानक दुखिया सब संसार। हुण असीं दुखी काहतों हां? दुख का कारण की? दुख का कारण ये असीं आपदे घर नूं भुल गए, असीं आपदे घर नहीं जांदे, असीं ये शरीर नूं ही आपदा घर मान लिया। इस शरीर नूं परदेस कहंदे। हुण असीं परदेस विच आके असीं ये परदेस दे वासी बन के रह गए। जे कोई सानूं पुछे भी तुहाडा घर किहड़ा है, असीं संसार दा आपदा घर दस दांगे भी आ इट्टां दा साडा घर है। सानूं कोई अपना पिंड पुछेगा, शहर पुछेगा, असीं दृष्टमान दस दांगे। जिवें आपां हुण इत्थे आपां कहांगे असीं इलाहाबाद रहिंदे हां, जां तुसीं मैनूं पुछो मैं लुधियाणे रहिंदा जी। हुण इसे तरह जे आपां नूं
सतगुरु पुछदे भी तुसीं कित्थे दे वासी हो। असीं इस संसार दे ही दसदे हां क्योंकि असीं इस लोक दे वासी बन के रह गए। हुण जदों असीं परदेस दे वासी बन के रह जांदे हां, इत्थे परदेस दे विच हर एक जीव दुखी। जदों एक जीव अपना दुख दसदा है, दूजा उस तो पहलां दसना शुरू कर दिंदा भी मैनूं भी आह दुख। महाराज कहंदे दुखी क्यों ने? क्योंकि ये परदेस दे विच आके इत्थे दे वासी बन के रह गए सारे। गुरु अर्जन देव जी महाराज फरमाउंदे मन परदेसी जे थी ये सब देश पराया। इस वे खोलो गंठड़ी दुखी पर आया, दुखी पर आया जगत सवाया, कौन जाने विद मेरियां। महाराज सच्चे पातशाह कहंदे भी संसार च की है, जीव दुखां दीयां पंडां खोलदे एक दूसरे कोल। हुण जदों असीं दुखी हुंदे हां, मालक घरे बैठे निज महल दे विच सानूं देखदे। जदों हुण बच्चा दुखी होवे ते माता पिता नूं भी दुख हुंदा बई बच्चे वास्ते स्पैशल महल बना के दिता, इहनूं राजा बनाया है ते भरम दे विच जाके सौं गया ते दुखी होया फिरदा है। हुण जदों असीं फिर विचारां दे विच एक पासिਓਂ दूसरे पासे जाने महल दे अगों ਦੀ टपदे ਹਾਂ ਅਸੀਂ। जिमें हुण इधर जिहड़ा खेल ਚੱਲਦਾ ਇਹ ਪੌਣ ਦੁਬਾਰਾ ਪੌਣ ਕਹਿੰਦੇ ਜਿਹੜੇ ਆਪਾਂ ਨੂੰ ਸਵਾਸ ਆਉਂਦੇ। ਹੁਣ ਕਿਤੇ ਤਾਂ ਇਹ ਸਵਾਸ ਹੈ ਜਿਹੜੇ ਨਾਕੇ ਨੂੰ ਨਾਸਕਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਨਾ ਦੋ ਸੁਰਾਂ ਦਾ ਨਾਂ ਦਿੱਤਾ। ਇਹ ਇੱਕ ਪਾਸੇ ਸਾਡੇ ਸਵਾਸ ਜ਼ਿਆਦਾ ਆਉਂਦੇ, ਕਿਤੇ ਤਾਂ ਸੱਜੇ ਪਾਸੇ ਜ਼ਿਆਦਾ ਚੱਲਦੇ। ਜਦੋਂ ਆਪਣੇ ਸੱਜੇ ਪਾਸੇ ਸਵਾਸ ਜ਼ਿਆਦਾ ਚੱਲਦੇ, ਇਹ ਜਿਹੜਾ ਸੱਜਾ ਨੇਤਰ ਹੈ ਇਹਨੂੰ ਸੂਰਜ ਦਾ ਨਾਮ ਦਿੱਤਾ। इधर इन्नी गरमैश है, इधर तमोगुण है। जदों सज्जे पासे साडा ध्यान ज़्यादा चलेगा, असी तमोगुणी हो जाएंगे। साडे अंदर ये काम क्रोध लोभ मोह हंकार ईरखा नफरत निंदिया चुगली ये विचार साडे उत्ते हावी हो जाणगे। जदों साडा बहा इधर खब्बे पासे ज़्यादा चलदा है, इधर रजोगुण है। जिहड़ा खब्बा पासा है खब्बा नेत्र, इहनूं गुरबाणी गुरु विच चंद्रमा दा नाम दित्ता। इधर रजोगुण है। जदों असी इधर ज़्यादा चलते हैं, फिर ये रजोगुण दे विच जिहड़े विचार चलते आशा अभिलाषा तृष्णावां सहिंसे फिकर चिंतावां, फिर साडे ते ये विचार हावी हो जाते। हुण जदों ये पौण दा संतुलन एक पासिਓਂ दूजे पासे ज़्यादा हुंदा है, उदों एक बार साडा दर खुलदा। मालक देखदा जदों असी विचारां दे विच जिवें असी सज्जे पासिਓਂ ਚੱਲੇ, ਹੁਣ ਜਦੋਂ ਪੌਣ ਦਾ ਵਹਾ ਖੱਬੇ ਪਾਸੇ ਵਧਣਾ ਹੈ, ਅਸੀਂ ਮਹਿਲ ਦੇ ਅੱਗੋਂ ਦੀ ਜਾਣਾ। ਇੱਕ ਵਾਰ ਸਾਡਾ ਮਾਲਕ ਨੇ ਦਰ ਖੋਲ੍ਹਣਾ। ਜਦੋਂ ਸਾਡਾ ਦਰ ਖੋਲ੍ਹ ਤੇ ਮਾਲਕ ਦੇਖਦਾ ਵੀ ਬੱਚਾ ਪਰਦੇਸ ਦੇ ਵਿੱਚ ਗਿਆ ਤੇ ਦੁਖੀ ਹੁੰਦਾ ਫਿਰਦਾ ਵਿਚਾਰਾਂ 'ਚ, ਉਹ ਸਾਨੂੰ ਦੇਖ ਕੇ ਮਾਲਕ ਦਰ ਖੋਲ੍ਹ ਦਿੰਦਾ ਵੀ ਬੱਚਾ ਆ ਰਿਹਾ, ਸ਼ਾਇਦ ਦਰ ਖੁੱਲ੍ਹਾ ਦੇਖ ਕੇ ਘਰੇ ਆ ਜਾਵੇ ਮਹਿਲ ਦੇ ਵਿੱਚ। ਜਦੋਂ ਉਹ ਦਰ ਖੋਲ੍ਹਦੇ ਤੇ ਸਾਨੂੰ ਨਾਲ ਆਵਾਜ਼ ਦਿੰਦੀ ਵੀ ਤੁਸੀਂ ਦੁਖੀ ਨਾ ਹੋਵੋ, ਤੁਸੀਂ ਠਹਿਰ ਘਰ ਦੇ ਵਿੱਚ ਆ ਕੇ ਬੈਠੋ, ਆਰਾਮ ਕਰੋ, ਤੁਸੀਂ ਸੁੱਖ ਲਵੋ, ਤੁਸੀਂ ਆਨੰਦ ਲਵੋ। ਜਿਹੜੇ ਕਰਮਾਂ ਕਰਕੇ ਤੁਸੀਂ ਦੁਖੀ ਹੋ ਰਹੇ ਹੋ, ਤੁਹਾਡੇ ਸਾਰੇ ਕਾਰਜ ਮੈਂ ਆਪ ਕਰ ਦਾਂਗਾ। ਹੁਣ ਦੇਖੋ ਸੰਸਾਰ ਦੇ ਵਿੱਚ ਕੋਈ ਵੀ ਮਾਤਾ ਪਿਤਾ ਜਿਹੜਾ ਐਡਾ ਦਿਆਲੂ ਕਿਰਪਾਲੂ ਨਹੀਂ ਹੁੰਦਾ ਜਿਹੜਾ ਆਪਦੇ ਬੱਚੇ ਨੂੰ ਕਹੇ ਬਈ ਤੂੰ ਘਰੇ ਬੈਠਾ ਰਹੇ, ਤੇਰੇ ਕੰਮ ਸਾਰੇ ਮੈਂ ਆਪ ਕਰੇ ਹੁਣ। ਹੁਣ ਉਹ ਸਾਡਾ ਮਾਤਾ ਪਿਤਾ ਹੈ ਸਤਿਗੁਰੂ ਵਾਹਿਗੁਰੂ ਨਿਰੰਕਾਰ, ਉਹ ਸਾਨੂੰ ਕਹਿੰਦੇ ਬਈ ਤੁਸੀਂ ਘਰ ਬੈਠ ਜਾਓ, ਫਿਰ ਘਰ ਦੇ ਵਿੱਚ ਜਿੰਨੇ ਵੀ ਤੁਹਾਡੇ ਕਾਰਜ ਸਾਰੇ ਮੈਂ ਆਪ ਕਰ ਦਾਂਗਾ। ਇਹ ਜਿਹੜੇ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਵੀ ਮਾਰ ਦਾਂਗਾ, ਤੁਹਾਡੀ ਇੱਜ਼ਤ ਪੱਤ ਵੀ ਰੱਖ ਲਾਂਗਾ। ਤੇ ਮਾਲਕ ਨੇ ਦਰ ਖੋਲ੍ਹਿਆ ਤੇ ਦਰ ਖੋਲ੍ਹ ਕੇ ਸਾਨੂੰ ਆਵਾਜ਼ ਦਿੰਦੇ ਤੇ ਕੀ ਕਹਿੰਦੇ, ਮਾਰੇ ਫਰਮਾਉਂਦੇ ਠਹਿਰ ਘਰ ਬੈਸੋ ਹਰ ਜਨ ਪਿਆਰੇ, सतगुर तुमरे काज सवारी, दुष्ट दूत परमेश्वर मारे जन की पैज राखी करता। हुण मालक ने तो दर खोलिया तो अंदर बुलाया, पर यह की करता है दर दे अगों की दूजे पासे टप जाता। जदों दर दे अगों की टप जाता फिर दूजे पासे चला जाता, मालक फिर दर बंद कर लेता भी आया ही नहीं, अंदर बुलाया आया ही नहीं। फिर असी दूजे पासिਓਂ फिर आशा अभिलाषा तृष्णावां दे विच चलदे होए जदों फिर असी इधरों वापस मुड़दे हां, मालक फिर देखदा भी बच्चा दुखी हो रहा है
ਵੀ ਹੁਣ ਇੱਧਰੋਂ ਦੂਜੇ ਪਾਸਿਓਂ ਵਾਪਸ ਆ ਰਿਹਾ, ਹੋ ਸਕਦਾ ਫਿਰ ਘਰ ਆ ਜੇ। ਉਹ ਫਿਰ ਦਰ ਖੋਲ੍ਹ ਦਿੰਦਾ। ਜਦੋਂ ਦਰ ਖੋਲ੍ਹਦਾ ਤੇ ਦਰ ਖੋਲ੍ਹ ਕੇ ਫਿਰ ਉਹ ਆਵਾਜ਼ ਦਿੰਦਾ ਸੀ। ਕੀ ਕਹਿੰਦੇ? ਮਹਾਰਾਜ ਕਹਿੰਦੇ ਵੀ ਤੁਸੀਂ ਪਰਦੇਸ ਗਏ ਹੋ, ਤੁਸੀਂ ਪਰਦੇਸੀ ਹੋਏ ਸੀ, ਤੁਸੀਂ ਪਰਦੇਸ ਦੇ ਵਿੱਚ ਜਾ ਕੇ ਦੁਖੀ ਨਾ ਹੋਵੋ, ਤੁਸੀਂ ਘਰੇ ਆਵੋ ਤੇ ਘਰ ਆ ਕੇ ਸੁੱਖ ਲਵੋ, ਆਨੰਦ ਲਵੋ। ਜਦੋਂ ਮਾਲਕ ਨੇ ਦਰ ਖੋਲ੍ਹਿਆ ਤੇ ਉਹਨਾਂ ਨੇ ਆਵਾਜ਼ ਦਿੱਤੀ ਤੇ ਮਹਾਰਾਜ ਕੀ ਕਹਿੰਦੇ? ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਬਈ ਪਰਦੇਸ ਗਿਆ, ਘਰੇ ਵਾਪਸ ਆ ਜਾ, ਕਾਹਤੋਂ ਦੁਖੀ ਹੁੰਦਾ ਫਿਰਦਾ? ਹੁਣ ਮਾਲਕ ਨੇ ਦਰ ਖੋਲ੍ਹ ਕੇ ਅੰਦਰ ਬੁਲਾਇਆ ਤੇ ਦਰ ਦੇ ਅੱਗੋਂ ਦੀ ਫਿਰ ਦੂਜੇ ਪਾਸੇ ਟੱਪ ਗਏ। ਹੁਣ ਇਹ ਸਾਡੇ ਨਾਲ ਇੱਕ ਦਿਨ ਦੇ ਵਿੱਚ ਕਈ ਵਾਰੀ ਇਹ ਚੀਜ਼ ਹੁੰਦੀ ਹੈ। ਮਾਲਕ ਪਤਾ ਨਹੀਂ ਕਿੰਨੀ ਕੁ ਵਾਰ ਸਾਡਾ ਇਹ ਦਰ ਖੋਲ੍ਹਦਾ ਤੇ ਸਾਨੂੰ ਅੰਦਰ ਬੁਲਾਉਂਦਾ ਵੀ ਘਰੇ ਆ ਜਾਓ। ਪਰ ਜਦੋਂ ਜੀਵ ਦੇ ਅੰਦਰ ਹਉਮੈ ਹੁੰਦੀ, ਹੰਕਾਰ ਹੁੰਦਾ, ਫਿਰ ਉਦੋਂ ਮਹਾਰਾਜ ਗੁਰਬਾਣੀ 'ਚ ਕਹਿੰਦੇ ਵੀ ਇੰਨਾ ਮਨਮੁਖ ਹੋ ਗਿਆ, ਇੰਨਾ ਅੰਧ ਗਿਆਨੀ ਹੋ ਗਿਆ ਵੀ ਇਹਨੂੰ ਹੁਣ ਰੋਜ਼ ਬੁਲਾਉਂਦੇ ਆ ਵੀ ਘਰ ਆ ਜਾ, ਹੁਣ ਘਰ ਆਉਂਦਾ ਹੀ ਨਹੀਂ। ਜਦੋਂ ਇਹਦਾ ਦਿੱਤਾ ਹੋਇਆ ਸਮਾਂ ਖਤਮ ਹੋਇਆ ਫਿਰ ਇਹ ਬਾਅਦ 'ਚੋਂ ਆਖਣ ਵੀ ਇਹਨੂੰ ਦਰਗਾਹ 'ਚ ਥਾਂ ਦਿਓ ਜੀ, ਇਹਨੂੰ ਆਪਦੇ ਚਰਨਾਂ 'ਚ ਥਾਂ ਦਿਓ। ਫਿਰ ਇਹਨੂੰ ਦਰਗਾਹ ਤੇ ਚਰਨਾਂ 'ਚ ਕਿਵੇਂ ਥਾਂ ਮਿਲੇਗੀ? ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਨਾ, ਜਦੋਂ ਕੋਈ ਜੀਵ ਦੇਹ ਛੱਡ ਜਾਂਦਾ ਫਿਰ ਬਾਅਦ 'ਚੋਂ ਬੇਨਤੀਆਂ ਹੁੰਦੀਆਂ ਵੀ ਇਹਨੂੰ ਆਪਦੇ ਚਰਨਾਂ 'ਚ ਥਾਂ ਦਿਓ ਜੀ, ਇਹਨੂੰ ਦਰਗਾਹ 'ਚ ਥਾਂ ਦਿਓ। ਸਤਿਗੁਰੂ ਕਹਿੰਦੇ ਵੀ ਹੁਣ ਮੈਂ ਰੋਜ਼ ਬੁਲਾਉਣਾ ਵੀ ਘਰ ਆ ਜਾ, ਹੁਣ ਇਹ ਘਰ ਆਉਂਦਾ ਨਹੀਂ। ਜਦੋਂ ਇਹਦਾ ਦਿੱਤਾ ਹੋਇਆ ਸਮਾਂ ਖਤਮ ਹੋਇਆ ਫਿਰ ਉਹਨੂੰ ਦਰਗਾਹ 'ਚ ਕਿਵੇਂ ਥਾਂ ਮਿਲੇਗੀ? ਮਾਰੇ ਫਰਮਾਉਂਦੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਖੈਨਾ ਗੇ ਖੈਨ ਪੀਛੇ ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਾਹ ਸੀਜੇ। ਵੀ ਇਹਨੂੰ ਹੁਣ ਮੈਂ ਰੋਜ਼ ਬੁਲਾਉਣਾ ਵੀ ਖੈਨ ਕਿਤੇ ਸੱਜੇ ਪਾਸੇ ਟੱਪ ਜਾਂਦਾ, ਕਿਤੇ ਖੱਬੇ ਪਾਸੇ ਟੱਪ ਜਾਂਦਾ, ਹੁਣ ਇਹਨੂੰ ਕਹਿੰਦੇ ਘਰ ਆ ਜਾ। ਹੌੜੇ ਸੁਣਦਾ ਹੀ ਨਹੀਂ, ਐਡਾ ਮਨਮੁਖ ਹੋਇਆ ਹੋਇਆ, ਹੰਕਾਰੀ ਹੋਇਆ ਹੈ, ਹੁਣ ਘਰ ਵਾਪਸ ਹੀ ਨਹੀਂ ਆਉਂਦਾ। ਫਿਰ ਇਸ ਅਵਸਥਾ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਆਸ਼ਾ ਵਿਲਾਸ਼ਾ ਦੇ ਵਿੱਚ ਇੰਨਾ ਜ਼ਿਆਦਾ ਮਾਇਆ ਦੇ ਨਾਲ ਇੱਧਰ ਹੀ ਪਿਆਰ ਪਾ ਚੁੱਕਿਆ ਹੈ, ਇਹ ਮਹਿਲ ਦੇ ਵਿੱਚ ਜਾਣਾ ਤਾਂ ਦੂਰ, ਇਹ ਦਰ ਹੀ ਭੁੱਲ ਗਿਆ, ਦਰ ਦੇ ਅੱਗੋਂ ਦੀ ਉਹ ਟੱਪ ਜਾਂਦਾ। ਮਹਾਰਾਜ ਫਰਮਾਉਂਦੇ ਆਸ ਅੰਦੇਸਾ ਬੰਦ ਪਰਾਨਾ, ਮਹਿਲ ਨਾ ਜਾਣੇ ਫਿਰਤ ਬਗਾਨਾ। ਸਤਿਗੁਰੂ ਕਹਿੰਦੇ ਤੇਰੇ ਵਾਸਤੇ ਮਹਿਲ ਬਣਾਇਆ, ਤੂੰ ਬਗਾਨਿਆਂ ਦੀ ਤਰ੍ਹਾਂ ਮਹਿਲ ਦੇ ਅੱਗੋਂ ਦੀ ਟੱਪ ਜਾਂਦਾ, ਤੂੰ ਆਪਦੇ ਘਰ ਵੱਲ ਦੇਖਦਾ ਹੀ ਨਹੀਂ। ਤੈਨੂੰ ਹੁਣ ਨਿੱਤ ਬੁਲਾਉਂਦੇ ਵੀ ਘਰ ਆ ਜਾ ਤੇ ਤੂੰ ਘਰ ਆਉਂਦਾ ਹੀ ਨਹੀਂ ਵਾਪਸ ਹੁਣ, ਤੇ ਫਿਰ ਤੈਨੂੰ ਕਿੱਥੋਂ ਸੁੱਖ ਮਿਲੇ। ਹੁਣ ਐਸੀ ਅਵਸਥਾ ਦੇ ਵਿੱਚ ਜਦੋਂ ਅਸੀਂ ਆਪਦੇ ਘਰ ਨੂੰ ਭੁੱਲ ਗਏ ਫਿਰ ਜਿਵੇਂ ਕਈ ਕਰਦਾ ਹੈ, ਇਹ ਸਰੀਰ ਤੱਕ ਸੀਮਤ ਹੋ ਜਾਂਦਾ ਵੀ ਇਹ ਜਿਹੜਾ ਸਰੀਰ, ਇਹ ਸਰੀਰ ਮੇਰਾ ਹੈ। ਜਦੋਂ ਇਹ ਮਨਮੁਖ ਜੀਵ ਕਹਿੰਦਾ ਵੀ ਸਰੀਰ ਮੇਰਾ ਹੈ, ਇਹ ਸਰੀਰ ਦੇ ਉੱਤੇ ਹਉਮੈ ਕਰਦਾ, ਹੰਕਾਰ ਕਰਦਾ। ਫਿਰ ਮਹਾਰਾਜ ਕਹਿੰਦੇ ਵੀ ਜਿਹਨੂੰ ਤੂੰ ਆਪਦਾ ਸਮਝਦਾ ਵੀ ਇਹਦੇ ਅੰਦਰ ਝਾਤੀ ਮਾਰ, ਤੇਰੇ ਅੰਦਰ ਕੀ ਹੈ ਜਿਹਦੇ ਤੇ ਤੂੰ ਹਉਮੈ ਕਰਦਾ, ਹੰਕਾਰ ਕਰਦਾ। ਹੁਣ ਸਾਨੂੰ ਆਪਦੇ ਆਪ ਪਤਾ ਨਹੀਂ ਲੱਗਦਾ ਵੀ ਇਹ ਸਰੀਰ ਦੇ ਵਿੱਚ ਕੀ ਹੈ। ਫਿਰ ਸਾਨੂੰ ਗੁਰਬਾਣੀ 'ਚ ਖੋਲ੍ਹ ਕੇ ਦੱਸ ਵੀ ਇਹਦੇ ਵਿੱਚ ਕੀ ਹੈ। ਜਿਹਦੇ ਉੱਤੇ ਹੁਣ ਮਨਮੁਖ ਹੰਕਾਰ ਕਰਦਾ, ਸਤਿਗੁਰੂ ਕਹਿੰਦੇ ਵੀ ਇਹ ਸਰੀਰ ਦੇ ਵਿੱਚ, ਇਹਦੇ ਵਿੱਚ ਵਿਸ਼ਟਾ ਹੈ, ਗੰਦਗੀ ਹੈ, ਖੂਨ ਹੈ, ਹੱਡੀਆਂ ਤੇ ਉੱਤੇ ਇਹਦੇ ਚਮੜਾ ਲਪੇਟਿਆ ਹੋਇਆ, ਹੋਰ ਗੰਦਗੀ ਤੋਂ ਬਿਨਾਂ ਇਹਦੇ ਵਿੱਚ ਹੈ ਕੁਛ ਨਹੀਂ। ਮਾਰੇ ਫਰਮਾਉਂਦੇ ਵਿਸ਼ਟਾ ਆਸਤ ਰਕਤ ਪਰੇਟੇ ਜਾਮ ਤੇ ਸੁਪਰਲੇ ਰੱਖਿਓ ਗਮਾ। ਬਈ ਤੂੰ ਇਹ ਗੰਦਗੀ ਦਾ ਹੀ ਹੰਕਾਰ ਕਰੀ ਜਾਂਦਾ, ਤੈਨੂੰ ਆਪਦੇ ਘਰ ਦਾ ਤਾਂ ਪਤਾ ਹੀ ਨਹੀਂ, ਤੂੰ ਆਪਦੇ ਘਰ ਤਾਂ ਆਉਂਦਾ ਹੀ ਨਹੀਂ ਹੈ। ਹੁਣ ਐਸੀ ਅਵਸਥਾ 'ਚ ਫਿਰ ਸੰਸਾਰ 'ਚ ਮਨਮੁਖ ਕੀ ਕਰਦਾ ਹੈ, ਉਹ ਇਹ ਸਰੀਰ ਨੂੰ ਸਜਾ ਕੇ ਇਹਦੇ 'ਤੇ ਸੋਹਣੇ ਕੱਪੜੇ ਪਾ ਕੇ ਹਉਮੈ ਹੰਕਾਰ ਦੇ ਵਿੱਚ ਸੰਸਾਰ ਦੇ ਵਿੱਚ ਚੌੜਾ ਹੋ ਕੇ ਚੱਲਦਾ। ਜਦੋਂ ਇਹ ਅਵਸਥਾ ਸਾਡੀ ਸਤਿਗੁਰੂ ਦੇਖਦੇ ਫਿਰ ਮਹਾਰਾਜ ਕਹਿੰਦੇ ਵੀ ਇਹ ਹੁਣ ਹਉਮੈ ਹੰਕਾਰ 'ਚ ਫੁੱਲਿਆ ਨਹੀਂ ਸਮਾਉਂਦਾ, ਹੁਣ ਇਹ ਸੋਹਣੇ ਕੱਪੜੇ ਪਾ ਕੇ ਆਪਦੇ ਆਪ ਨੂੰ ਬੜਾ ਚਾਦਰ ਤੇ ਬੜਾ ਸਿਆਣਾ ਸਮਝਦਾ ਫਿਰਦਾ। ਜੇ ਹੁਣ ਇਹ ਗੁਰੂ ਦੀ ਸ਼ਰਨ ਦੇ ਵਿੱਚ ਨਾ ਆਇਆ, ਜੇ ਇਹਨੇ ਨਾ ਆਪਦੇ ਘਰ ਦਾ ਭੇਦ ਲਿਆ, ਆਪਦੇ ਘਰ ਵਾਪਸ ਨਾ ਆਇਆ, ਤੇ ਬੜਾ ਦੁੱਖ ਭੋਗੇਗਾ ਅੱਗੇ ਜਾ ਕੇ, ਜੂਨਾਂ 'ਚ ਬੜਾ ਖਵਾਰ ਹੋਏਗਾ। ਮਹਾਰਾਜ ਇਹ ਅਵਸਥਾ ਦੇਖ ਕੇ ਸਾਡੇ ਜੀਵਨ ਦੀ ਕੀ ਕਹਿੰਦੇ ਨੇ, ਫਰਮਾਉਂਦੇ ਕਾਪਰ ਪੈਰ ਕਰੇ ਚਤਰਾਈ,
ਮਾਇਆ ਮੋਹ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਵੀ ਹੁਣ ਤਾਂ ਇਹ ਕੱਪੜੇ ਪਾ ਕੇ ਸੋਹਣੇ ਹਉਮੈ ਹੰਕਾਰ 'ਚ ਫੁੱਲਿਆ ਨਹੀਂ ਸਮਾਉਂਦਾ ਵੀ ਮੇਰੇ ਵਰਗਾ ਕੌਣ ਹੈ। ਜੇ ਹੁਣ ਇਹਨੇ ਆਪਦੇ ਘਰ ਦਾ ਭੇਦ ਨਾ ਲਿਆ, ਮਹਿਲ ਦੇ ਵਿੱਚ ਨਾ ਗਿਆ, ਤੇ ਬੜਾ ਦੁੱਖ ਭੋਗੇਗਾ ਅੱਗੇ ਜਾ ਕੇ। ਫਿਰ ਜਦੋਂ ਜੀਵ ਇਸੇ ਤੇ ਹੀ ਹੰਕਾਰ ਕਰੀ ਜਾਂਦਾ ਵੀ ਮੇਰਾ ਸਰੀਰ ਹੈ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹਨੂੰ ਸ਼ਬਦ ਦੀ ਠੋਕਰ ਮਾਰਦੇ ਵੀ ਤੇਰੇ ਅੰਦਰ ਗੰਦਗੀ ਹੈ, ਤੇਰੇ ਅੰਦਰੋਂ ਬਦਬੂ ਆ ਰਹੀ ਹੈ। ਜਿਹਨੂੰ ਤੂੰ ਬਾਹਰੋਂ ਸਵਾਰਦਾ, ਜਿਹਦੇ ਤੇ ਤੂੰ ਕੱਪੜੇ ਪਾਉਣਾ, ਇਹ ਨਾਸ ਹੋਣ ਵਾਲਾ ਹੈ, ਮਿਥਿਆ ਹੋਏ। ਫਿਰ ਤੂੰ ਕਾਹਦਾ ਹੰਕਾਰ, ਤੂੰ ਕਾਹਦੀ ਹਉਮੈ ਕਰਦਾ। ਸਤਿਗੁਰੂ ਫਿਰ ਇਹਨੂੰ ਸ਼ਬਦ ਦੀ ਠੋਕਰ ਮਾਰਦੇ ਮਾਰੇ ਕੀ ਕਹਿੰਦੇ, ਮਨ ਕਾਹੇ ਹੰਕਾਰ ਫਾਰਾ, ਦੁਰਗੰਧ ਪਵਿੱਤਰ ਬਾਹਰ ਭੀਤਰ ਜੋ ਦਿਸੇ ਸੋ ਸਾਰਾ। ਬਈ ਅੰਦਰੋਂ ਤੇਰੇ ਗੰਦਗੀ ਹੋਣ ਕਰਕੇ ਬਦਬੂ ਆ ਰਹੀ, ਬਾਹਰ ਜਿਹਨੂੰ ਤੂੰ ਸਜਾਉਣਾ ਇਹ ਨਾਸ ਹੋਣ ਵਾਲਾ, ਮਿਥਿਆ ਹੋਣ ਵਾਲਾ। ਤੂੰ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦਾ। ਫਿਰ ਸਾਨੂੰ ਜਦੋਂ ਵਾਰ-ਵਾਰ ਸਤਿਗੁਰੂ ਸ਼ਬਦ ਦੀ ਠੋਕਰ ਮਾਰਦੇ, ਫਿਰ ਅਸੀਂ ਥੋੜ੍ਹਾ ਜਿਹਾ ਸਹਿਜ ਦੇ ਵਿੱਚ ਵਿਚਾਰਦੇ ਵੀ ਸਤਿਗੁਰੂ ਜੋ ਸਾਨੂੰ ਕਹਿ ਰਹੇ, ਕਹਿੰਦੇ ਤਾਂ ਸਾਨੂੰ ਸੱਚ ਹੀ ਨੇ। ਵੀ ਨਾ ਤਾਂ ਸਾਨੂੰ ਸਾਡੇ ਦੇਸ਼ ਦਾ ਪਤਾ ਵੀ ਅਸੀਂ ਕਿੱਥੋਂ ਦੇ ਵਾਸੀ ਹਾਂ, ਪਰਲੋਕ ਨੂੰ ਵੀ ਭੁੱਲ ਗਏ। ਨਾ ਸਾਨੂੰ ਇਸ ਲੋਕ ਦੇ ਵਿੱਚ ਆਪਦੇ ਘਰ ਦਾ ਭੇਤ ਹੈ। ਜਿਵੇਂ ਹੁਣ ਆਪਾਂ ਨੂੰ ਸਮਝਾਉਂਦੇ, ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਆਪਾਂ ਆਪਣੇ ਆਪੇ ਦੀ ਪੜਚੋਲ ਕਰਨੀ ਹੁੰਦੀ, ਆਪਾਂ ਆਪਣੇ ਆਪੇ ਦੀ ਪਹਿਚਾਣ ਕਰਨੀ ਹੁੰਦੀ। ਹੁਣ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਆਪੋ ਆਪਣੀ ਉਮਰ ਮੁਤਾਬਕ ਅੰਦਾਜ਼ਾ ਲਾਉਣਾ ਹੈ। ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ, ਮੇਰੀ ਉਮਰ ਤਕਰੀਬਨ 40 ਸਾਲ। ਹੁਣ 40 ਸਾਲ ਦੇ ਵਿੱਚੋਂ 20 ਸਾਲ ਉਮਰ ਮੇਰੀ ਜਿਹੜੀ ਮੇਰੇ ਦੇਸ਼ ਦੀ ਹੈ, ਜਿੱਥੇ ਮੈਂ ਰੋਜ਼ ਰਾਤ ਨੂੰ ਸੌਣ ਤੋਂ ਮਗਰੋਂ ਜਾਂਦਾ। 20 ਸਾਲ ਉਮਰ ਇਸ ਲੋਕ ਦੀ ਲਾ ਲਓ ਵੀ ਜਿੱਥੇ ਆਪਾਂ ਦਿਨ ਦੇ ਸਮੇਂ ਰਹਿੰਦੇ ਹਾਂ। ਹੁਣ ਜੇ ਤੁਸੀਂ ਮੈਨੂੰ ਇਹ ਪੁੱਛੋ ਵੀ ਜਿੱਥੇ ਤੁਹਾਨੂੰ 20 ਸਾਲ ਹੋ ਗਏ ਜਾਂਦਿਆਂ ਨੂੰ, ਤੁਸੀਂ ਉੱਥੇ ਦੀ ਕੋਈ ਗੱਲ ਸੁਣਾਓ। ਬਈ ਤੁਸੀਂ ਉਸ ਦੇਸ਼ ਦੇ ਵਿੱਚ ਕਿਵੇਂ ਰਹਿੰਦੇ ਹੋ, ਉੱਥੇ ਤੁਹਾਡੀ ਕੀ ਖੁਰਾਕ ਹੈ, ਕੀ ਤੁਸੀਂ ਖਾਂਦੇ ਪੀਂਦੇ ਹੋ, ਉੱਥੇ ਤੁਸੀਂ ਕੀ ਪਹਿਨਦੇ ਹੋ, ਕਿਹੜਾ ਤੁਹਾਡਾ ਪਰਿਵਾਰ ਹੈ, ਕਿਵੇਂ ਤੁਸੀਂ ਉੱਥੇ ਰਹਿੰਦੇ ਹੋ, ਉੱਥੇ ਦਾ ਕੋਈ ਬਚਨ ਸੁਣਾਓ। ਹੁਣ ਜੇ ਮੈਂ ਤੁਹਾਨੂੰ ਆਖਾਂ ਵੀ ਮੈਨੂੰ ਤਾਂ ਪਤਾ ਹੀ ਨਹੀਂ ਜੀ, ਮੈਂ ਸੌਣ ਤੋਂ ਮਗਰੋਂ ਕਿੱਥੇ ਜਾਣਾ, ਫਿਰ ਸਮਝ ਲਓ ਮੇਰੇ ਜਿਹੜੇ ਉਹ 20 ਸਾਲ ਸੀ ਉਹ ਵਿਅਰਥ ਚੱਲੇ, ਜ਼ੀਰੋ ਹੋ ਗਿਆ। ਫਿਰ 20 ਸਾਲ ਇਸ ਲੋਕ ਦੀ ਉਮਰ ਜਿਹਦੇ ਵਿੱਚ ਹੁਣ ਇਸ ਲੋਕ ਦੇ ਮਾਲਕ ਨੇ ਸਾਨੂੰ ਭੇਜਣ ਤੋਂ ਪਹਿਲਾਂ ਵੀ ਬੱਚਾ ਪ੍ਰਦੇਸ਼ ਚੱਲਿਆ। ਬਈ ਬੱਚੇ ਨੂੰ ਕਿਸੇ ਕਿਸਮ ਦੀ ਪ੍ਰਦੇਸ਼ ਦੇ ਵਿੱਚ ਜਾ ਕੇ ਕੋਈ ਤਕਲੀਫ ਨਾ ਹੋਵੇ, ਕੋਈ ਦੁੱਖ ਨਾ ਹੋਵੇ। ਜੋ ਸਹੂਲਤਾਂ ਸੁੱਖ ਆਪਾਂ ਨੂੰ ਆਪਣੇ ਦੇਸ਼ ਪਰਲੋਕ ਦੇ ਵਿੱਚ ਨੇ, ਉਹੀ ਉਹ ਸਾਰੀਆਂ ਸੁੱਖ ਸਹੂਲਤਾਂ ਆਪਣੇ ਮਾਤਾ ਪਿਤਾ ਨੇ ਉਹ ਨਿੱਜ ਮਹਿਲ 10ਵੇਂ ਦੀਵਾਰ 'ਚ ਰੱਖ ਦਿੱਤੀ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ 20 ਸਾਲ ਜੇ ਇਸ ਲੋਕ ਦੀ ਆਪਣੀ ਉਮਰ ਹੈ, ਜੇ ਤੁਸੀਂ ਪੁੱਛੋ ਵੀ 20 ਸਾਲ ਦੇ ਵਿੱਚੋਂ ਤੁਸੀਂ ਕਿੰਨਾ ਕੁ ਸਮਾਂ ਜਿਹੜਾ ਉਹ ਨਿੱਜ ਮਹਿਲ ਦੇ ਵਿੱਚ ਗੁਜ਼ਾਰਦੇ, ਵੀ ਉਹ ਨਿੱਜ ਮਹਿਲ ਦੇ ਵਿੱਚ ਕੀ ਕੁਝ ਸੁੱਖ ਸਹੂਲਤਾਂ ਨੇ, ਉਹ ਸੁੱਖ ਸਹੂਲਤਾਂ ਦਾ ਤੁਸੀਂ ਕਿਵੇਂ ਆਨੰਦ ਲੈਂਦੇ ਹੋ, ਕਿਵੇਂ ਸੁੱਖ ਮਾਣਦੇ ਹੋ। ਤੁਸੀਂ ਉਹ ਨਿੱਜ ਘਰ 10ਵੇਂ ਦੀਵਾਰ ਦਾ ਕੋਈ ਬਚਨ ਸੁਣਾਓ। ਤੇ ਜੇ ਮੈਂ ਆਖਾਂ ਵੀ ਕਿਹੜੇ ਨਿੱਜ ਮਹਿਲ, ਕਿਹੜਾ 10ਵਾਂ ਦੀਵਾਰ, ਵੀ ਮੈਨੂੰ ਤਾਂ 10ਵੇਂ ਦੀਵਾਰ ਦਾ ਦਰਵਾਜ਼ਾ ਹੀ ਨਹੀਂ ਪਤਾ। ਤੇ ਸਮਝ ਲਓ ਜਿਹੜੇ 20 ਸਾਲ ਇੱਧਰ ਦੇ ਸੀ ਉਹ ਵੀ ਵਿਅਰਥ ਚੱਲੇ। ਸਮਝ ਲੱਗ ਗਈ ਨਾ ਜੀ। ਹੁਣ ਆਪਾਂ ਆਪੋ ਆਪਣੀ ਉਮਰ ਮੁਤਾਬਕ ਦੇਖਾਂ ਵੀ ਮੇਰੀ ਉਮਰ 40 ਸਾਲ ਹੈ, ਕਿਸੇ ਗੁਰਮੁਖਾਂ ਦੀ ਹੁਣ 50 ਸਾਲ ਹੋਏਗੀ, 60 ਸਾਲ ਹੋਏਗੀ, ਉਹ ਆਪਾਂ ਆਪੋ ਆਪਣੀ ਉਮਰ ਮੁਤਾਬਕ ਹਿਸਾਬ ਲਾਈ ਜਾਣਾ। ਹੁਣ ਬਈ ਸਾਨੂੰ ਕਿੰਨਾ ਕੁ ਸਾਡੇ ਦੇਸ਼ ਦਾ ਗਿਆਨ ਹੈ, ਜਿੱਥੇ ਸਾਡੀ ਅੱਧੀ ਉਮਰ ਬੀਤ ਗਈ ਜਾਂਦਿਆਂ ਨੂੰ। ਰੋਜ਼ ਆਪਾਂ ਜਾਂਦੇ ਹਾਂ, ਰੋਜ਼ ਵਾਪਸ ਆਉਂਦੇ। ਇਹ ਨਹੀਂ ਵੀ ਕੋਈ ਆਪਾਂ ਆਖੀਏ ਵੀ 1-2 ਵਾਰੀ ਗਏ ਹਾਂ ਅਸੀਂ, ਸਾਨੂੰ ਪਤਾ ਨਹੀਂ ਲੱਗਦਾ। ਰੋਜ਼ ਆਪਾਂ ਜਾਂਦੇ ਹਾਂ, ਰੋਜ਼ ਇੱਕੋ ਰਸਤੇ ਜਾਂਦੇ, ਉਸੇ ਰਸਤੇ ਵਾਪਸ ਆਉਣਾ। ਤੇ ਹੁਣ ਸੰਸਾਰੀ ਤੌਰ ਤੇ ਆਪਾਂ ਲਾਈਏ ਵੀ ਇੱਕ ਰਸਤੇ ਤੇ ਆਪਾਂ ਘਰੋਂ ਮੰਨ ਲਓ ਕਿਸੇ ਕੰਮਕਾਰ ਤੇ ਜਾਂਦੇ ਹਾਂ, ਰੋਜ਼ ਆਪਾਂ ਡਿਊਟੀ ਤੇ ਜਾਂਦੇ ਹਾਂ, ਤੇ ਆਪਾਂ ਨੂੰ ਪੂਰਾ ਉਹ ਰਸਤਾ ਦ੍ਰਿੜ ਹੋ ਜਾਂਦਾ ਵੀ ਅਸੀਂ ਕਿੱਥੋਂ ਦੀ ਜਾਣਾ, ਕਿੱਥੋਂ ਦੀ ਆਉਂਦੇ ਹਾਂ। ਹੁਣ ਆਪਣੇ ਦੇਸ਼ ਤੋਂ ਪਰਲੋਕ ਤੋਂ ਆਪਾਂ ਰੋਜ਼ ਆਉਂਦੇ ਹਾਂ ਤੇ ਰੋਜ਼ ਇੱਥੋਂ ਵਾਪਸ ਜਾਂਦੇ ਹਾਂ। ਹੁਣ ਜੇ ਆਪਾਂ ਆਖੀ ਮੈਨੂੰ ਤਾਂ ਰਸਤੇ ਦਾ ਹੀ ਨਹੀਂ ਪਤਾ ਵੀ ਮੈਂ ਕਿਹੜੇ ਰਸਤੇ ਆਉਣਾ, ਕਿਹੜੇ ਰਸਤੇ ਵਾਪਸ ਜਾਣਾ, ਫਿਰ ਸਮਝ ਲਓ ਉਹ ਤਾਂ ਅੱਧੀ ਉਮਰ ਤਾਂ ਵਿਅਰਥ ਹੀ ਚਲੀ ਗਈ। ਫਿਰ ਅੱਧੀ ਉਮਰ ਇਸ ਲੋਕ ਦੀ, ਤੇ ਕਹਿੰਦੇ ਵੀ ਤੁਸੀਂ ਦੱਸੋ ਨਿੱਜ ਮਹਿਲ 'ਚ ਕਿੰਨਾ ਕੁ ਸਮਾਂ ਗੁਜ਼ਾਰਦੇ ਹੋ।
जे असी आखिए भी सानूं तां निज महल का भी नहीं पता, फिर समझ लो जीरो हो गया। ना तो सानूं साडे देश का ज्ञान रहा, ना सानूं अपने घर का ज्ञान रहा। फिर महाराज सानूं कहंदे भी तुसीं रहिंदे कित्थे हो? ना तो तुसीं आपदे देश विच रहिंदे हो, ना तुसीं आपदे घर च रहिंदे हो, फिर तुसीं कित्थे रहिंदे हो? हुण जीव नूं ये भी नहीं पता भी मैं रहना कित्थे। फिर सानूं गुरबाणी गुरु च दसदे भी असीं कित्थे रहने। हुण जिवें मालक ने सानूं महल बना के दिता, फिर उहदी नकल काल ने, ये जिहड़ा देश है काल दा देश। हुण काल ने की कीता, सानूं मंदिर बना के, उन्हें किदां दा मंदिर बनाया? उन्हें कखां कानियां दा मंदिर बना के साडे मन नूं उपर बिठा के थल्ले अग ला दित्ती भी मेरे देश दे विच कोई सुखी ना रह सके। महाराज सच्चे पातशाह फरमाउंदे, तृण को मंदिर साज सवारियो, पावक तले जरावत है, ऐसे गढ़ में हैठ ठीलो फूल फूल क्या पावत है। हुण साडा मन इदां दे मंदिर, इदां दे गढ़ दे विच बैठा, दे थल्ले अग बली हुई, तो असीं आखीए सानूं शांति आवे, सानूं सुख मिले, तो सुख कित्थों मिले? वो साडे थल्ले तो अग बली हुई। हुण जदों ये अवस्था साडे मन दी हो जाती, फिर सानूं बार बार जदों सतगुरु शब्द की ठोकर मारते, फिर असीं विचारते हैं भी सतगुरु सानूं जो कहते बिल्कुल सत्य कहते भी। ना तो सानूं साडे देश का पता, परलोक का, ना सानूं अपने घर का पता। फिर असीं आपदे आप नूं कैर महसूस कर लग जाने, क्योंकि भी ये शरीर च की है? महाराज कहते गंदगी, तो गंदगी दे विच कैरम वसदे ने, कीड़े वसदे ने। फिर असीं आपदे आप नूं कैर महसूस करन लग जाने बई असीं तां कैरम आ, गंदगी दे ढेर ते बैठे। फिर आपां हौमे हंकार नूं छड्ड के फिर असीं सतगुरां दी शरण च आउंदे हां, फिर आके बेनती करते हैं, जोदड़ी करते हैं, तो फिर असीं खुद ही स्वीकार कर लेंगे आपदे आप नूं बई असीं की हाँ। मारे फरमाउंदे, हम कीरे कैरम सतगुर शरनाई करदे आ नाम प्रगास। जदों इस वास्ते साडा मन आके ढैंदा सतगुरां पास, फिर असीं बेनती करते भी सतगुरु साडे ते किरपा करो, साडे हिरदे च भी प्रकाश हो जे, सानूं भी साडे घर दा ज्ञान दे दो, सानूं भी अपने घर की सोझी हो जाए। क्योंकि असीं तां इत्थे गंदगी ते ही हंकार करी जाने, ते गंदगी दे विच असीं तां कैरम बने बैठे हैं, कीड़े बने बैठे। फिर जदों इस अवस्था च साडा मन आउंदा, फिर सुणन की अवस्था च आउंदा, फिर हौमे हंकार नूं छड्ड के फिर जो सतगुर सानूं समझाउंदे, फिर असीं ध्यान नाल सुणदे, क्योंकि फिर असीं चाहुंदे हैं ये गंदगी के ढेर तो उपर उठना, असीं आपदे घर जाना बई असीं भी हुण महल दे विच जाना चाहुंदे, असीं आपदे घर जाना चाहुंदे हैं, जिहड़ा घर सानूं साडे माता पिता ने बहुत सुंदर ते सोहना बना के दित्ता। जिस वरताए महाराज कहंदे, हर का मंदिर सोहना कीया करने हार, रब सस दीप अनूप जोत त्रै भवन जोत अपार। भी वो जिहड़ा मंदिर साडे वास्ते मालक ने बना के दिता, जिन्हों गुरद्वारा आखिया, वो बहुत सोहना बनाया। जिमें हुण आपां दृष्ट मान दे विच रोज़ गुरद्वारे आउणे आ, इस तरह ही गुरद्वारा अपने अंदर भी है, जिहदे विच एक गुरसिख ने रोज़ जाना। जिमें हुण आपां बाहरी देखदे हैं, ये बाहरी सारा साडे अंदरों प्रगट होया, सतगुरां ने जो साडे अंदर है उहिओ नमूना बाहर प्रगट करके सानूं दिखाया भी, ताकि सानूं भेत अच्छे। हुण जिमें आपां गुरद्वारा साहब कहने हैं, इस तरह जिहड़ा साडा घर है निज महल 10वां द्वार, उहनूं भी गुरद्वारे का नाम दिता। जो आपां नूं रोज़ गुरु अमरदास जी महाराज फरमाउंदे, गुरद्वारे लाए भावनी, एक ना 10वां द्वार दिखाया। हुण जो आपां बाहर देखते, जिमें हुण गुरु घर आपां निशान साहब ला दिंदे उच्चा करके, निशानी है गुरद्वारे की भी, ताकि दूरों जीवां नूं पता लग जाए भी गुरु का द्वारा है, निशान साहब निशानी। हुण जदों आपां अपने अंदर गुरद्वारे जावांगे, वो गुरद्वारे की निशानी की है, उत्थे अनहद वाजे वजदी, उत्थे 5 शब्द प्रगट ने, उत्थे नाद तूर वजदा है, ये साडे अंदरले गुरद्वारे की निशानी। महाराज फरमाउंदे ने, घर में घर दिखाई दे, सो सतगुर पुरख सजान,
ਪੰਜ ਸ਼ਬਦ ਧੁਨ ਘਰ ਧੁਨ ਤੇ ਵਾਜੇ ਸ਼ਬਦ ਨਿਸ਼ਾਨ। ਵੀ ਗੁਰਦੁਆਰੇ ਦੀ ਅੰਦਰਲੇ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਕਹਿੰਦੇ ਅਨਹਦ ਵਾਜੇ ਵੱਜਦੇ, ਇਹ ਨਿਸ਼ਾਨ ਹੈ ਸਾਡੇ ਅੰਦਰਲੇ ਗੁਰਦੁਆਰੇ ਦਾ। ਫਿਰ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ, ਇੱਥੇ ਸਤਿਗੁਰਾਂ ਦਾ ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ, ਆਪਾਂ ਇੱਥੇ ਆ ਕੇ ਨਮਸਕਾਰ ਕਰਦੇ ਹਾਂ। ਜਦੋਂ ਹੁਣ ਆਪਾਂ ਅੰਦਰ ਆਪਣੇ ਮਹਿਲ ਦੇ ਵਿੱਚ ਜਾਵਾਂਗੇ 10ਵੇਂ ਦੀਵਾਰ ਦੇ ਵਿੱਚ, ਉੱਥੇ ਪ੍ਰਕਾਸ਼ ਰੂਪ ਸਤਿਗੁਰੂ, ਉੱਥੇ ਸਾਡੇ ਘਰ ਦੇ ਵਿੱਚ ਆਤਮ ਰਾਮ ਦਾ ਪ੍ਰਕਾਸ਼ ਹੈ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਦੋਂ ਅਸੀਂ ਉੱਥੇ ਘਰ ਜਾਵਾਂਗੇ ਸਾਨੂੰ ਪ੍ਰਕਾਸ਼ ਦੇ ਦਰਸ਼ਨ ਹੋਣਗੇ। ਫਿਰ ਆਪਾਂ ਇੱਥੇ ਜਦੋਂ ਗੁਰਦੁਆਰੇ ਆਉਂਦੇ ਹਾਂ, ਗੁਰਮੁਖ ਕੀਰਤਨ ਕਰਦੇ ਜਾਂ ਕਥਾ ਵਿਚਾਰ ਕਰਦੇ, ਆਪਾਂ ਸਾਰੇ ਸੁਣਦੇ ਹਾਂ। ਜਦੋਂ ਅਸੀਂ ਆਪਣੇ ਅੰਦਰਲੇ ਗੁਰਦੁਆਰੇ ਜਾਵਾਂਗੇ, ਉੱਥੇ ਜਿਹੜੀ ਕਥਾ ਹੁੰਦੀ, ਕੀਰਤਨ ਹੁੰਦਾ, ਉਹ ਪਰਮਾਤਮਾ ਆਪ ਕਰਦੇ, ਵਾਹਿਗੁਰੂ ਕਰਦੇ। ਉਹ ਜਿਹੜੀ ਕਥਾ ਮਾਲਕ ਕਰ ਰਹੇ ਨੇ, ਉਹਨੂੰ ਕਹਿੰਦੇ ਹਰੀ ਦੀ ਕਥਾ, ਅਨਹਦ ਬਾਣੀ। ਵੀ ਉਹ ਅਨਹਦ ਸ਼ਬਦਾਂ ਦੁਆਰਾ ਸਾਡੇ ਅੰਦਰ ਉਹ ਕਥਾ ਹੋ ਰਹੀ। ਮਹਾਰਾਜ ਫਰਮਾਉਂਦੇ ਨੇ ਹਰ ਕੀ ਕਥਾ ਅਨਾਹਦ ਬਾਣੀ। ਵੀ ਹਰੀ ਦੀ ਪਰਮਾਤਮਾ ਦੀ ਕਥਾ ਕੀ ਹੈ? ਅਨਹਦ ਬਾਣੀ। ਹੁਣ ਉਹ ਜਿਹੜੀ ਕਥਾ ਸਾਡੇ ਅੰਦਰ ਹੋ ਰਹੀ, ਉਹ ਕਥਾ ਨੂੰ ਸਾਰੀਆਂ ਕਥਾਵਾਂ ਦੇ ਨਾਲੋਂ ਉੱਤਮ ਕਥਾ ਆਖੀ, ਜਿਹਨੂੰ ਸੁਣਨ ਦੇ ਨਾਲ ਸਾਡੇ ਜਿੰਨੇ ਵੀ ਮਨ ਨੂੰ ਦੁੱਖ ਤਕਲੀਫਾਂ ਨੇ, ਜਿਹੜਾ ਇਹਨੂੰ ਜਨਮ ਮਰਨ ਦਾ ਰੋਗ ਲੱਗਿਆ, ਫਿਰ ਇਹ ਸਾਡਾ ਸਾਰਾ ਜਨਮ ਮਰਨ ਦਾ ਰੋਗ ਕੱਟਿਆ ਜਾਂਦਾ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਨੂੰ 3 ਪ੍ਰਕਾਰ ਦੀ ਜਿਹੜੀ ਕਥਾ ਉਹ ਦੱਸੀ। ਇਹ ਇੱਕ ਕਥਾ ਹੁੰਦੀ ਦ੍ਰਿਸ਼ਟਮਾਨ ਕਥਾ, ਜਿਵੇਂ ਦ੍ਰਿਸ਼ਟਮਾਨ ਦੇ ਵਿੱਚ ਭਗਤਾਂ ਦਾ ਜੀਵਨ, ਗੁਰੂ ਸਾਹਿਬਾਨਾਂ ਦਾ ਜੀਵਨ, ਜੋ ਗੁਰਬਾਣੀ ਗੁਰੂ ਵਿੱਚ ਉਹਨਾਂ ਵਰਤਾਏ ਆਪਾਂ ਨੂੰ ਫਰਮਾਨ ਆਉਂਦੇ ਨੇ। ਜਿਵੇਂ ਭਗਤਾਂ ਨੂੰ ਕਿਵੇਂ ਸਜ਼ਾਵਾਂ ਦਿੱਤੀਆਂ ਗਈਆਂ, ਫਿਰ ਉਹ ਗੁਰਬਾਣੀ ਗੁਰੂ ਵਿੱਚ ਸ਼ਬਦ ਆਉਂਦੇ ਨੇ, ਉਹਨਾਂ ਦੀ ਆਪਦੀ ਲਿਖਤ। ਉਹ ਜਿਹੜੀ ਕਥਾ ਉਹਨੂੰ ਦ੍ਰਿਸ਼ਟਮਾਨ ਕਥਾ ਕਹਿੰਦੀ। ਵੀ ਜਿਹੜੀ ਸਰੀਰ ਦੇ ਨਾਲ ਸੰਬੰਧ ਹੈ, ਵੀ ਕਿਵੇਂ ਭਗਤਾਂ ਦੇ ਸਰੀਰਾਂ ਨੂੰ ਸੰਸਾਰੀ ਜੀਵਾਂ ਨੇ ਸਜ਼ਾਵਾਂ ਦਿੱਤੀਆਂ, ਫਿਰ ਕਿਵੇਂ ਮਾਲਕ ਉਹਨਾਂ ਦੀ ਰੱਖਿਆ 'ਤੇ ਆਇਆ, ਕਿਵੇਂ ਉਹਨਾਂ ਦੀ ਮਦਦ ਕੀਤੀ। ਉਹ ਗੁਰਬਾਣੀ ਗੁਰੂ ਵਿੱਚ ਉਹਨਾਂ ਦੇ ਫਰਮਾਨ ਨੇ, ਉਹਨੂੰ ਗੁਰਬਾਣੀ ਗੁਰੂ ਵਿੱਚ ਦ੍ਰਿਸ਼ਟਮਾਨ ਕਥਾ ਕਹਿੰਦੀ। ਜਿਹੜੀ ਦੂਸਰੀ ਕਥਾ ਹੈ ਉਹਨੂੰ ਕਹਿੰਦੇ ਅਕਥ ਕਹਾਣੀ, ਅਕਥ ਕਥਾ। ਅਕਥ ਕਥਾ ਦੇ ਵਿੱਚ ਇਹ ਸਰੀਰ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਇਹ ਸਰੀਰ ਨੂੰ ਗੁਰੂ ਨਾਨਕ ਦੇ ਘਰ ਨੇ ਘਰ ਕਹਿ ਕੇ, ਪਿੰਡ ਕਹਿ ਕੇ, ਦੇਸ਼ ਧਰਤੀ ਕਿਲਾ ਕਹਿ ਕੇ ਇਹਨੂੰ ਪਾਸੇ ਕਰ ਦਿੱਤਾ। ਅਕਥ ਕਹਾਣੀ ਦੇ ਵਿੱਚ ਸਾਰੀ ਜਿਹੜੀ ਕਹਾਣੀ ਉਹ ਸੂਖਮ ਦੀ ਚੱਲਦੀ, ਵੀ ਸਾਰੀ ਕਹਾਣੀ ਮਨ ਦੀ ਚੱਲਦੀ, ਵੀ ਮਨ ਕਿਵੇਂ ਖੇਲਦਾ, ਕਿਵੇਂ ਆ ਕੇ ਇੱਧਰ ਸੌਂ ਜਾਂਦਾ, ਮਾਇਆ ਕੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕੀ ਨੇ, ਇਹ ਸਾਰਾ ਸੂਖਮ ਦਾ ਗਿਆਨ ਦਿੱਤਾ ਜਾਂਦਾ। ਵੀ ਕਿਵੇਂ ਅਸੀਂ ਮਾਲਕ ਤੋਂ ਵਿਛੜੇ ਹਾਂ, ਕਿਵੇਂ ਸਾਡਾ ਮਨ ਮਾਇਆ ਦੇ ਘਰ ਆ ਕੇ ਸੌਂ ਗਿਆ, ਕਿਵੇਂ ਇਹ ਸੁੱਤਾ ਹੋਇਆ ਸਾਡਾ ਮਨ ਫਿਰ ਜਾਗੇ ਅਤੇ ਫਿਰ ਸਾਡਾ ਮਾਲਕ ਨਾਲ ਮਿਲਾਪ ਹੋਵੇ। ਇਹ ਜਿਹੜੀ ਕਹਾਣੀ ਸਾਰੀ ਵਿਛੋੜੇ ਤੋਂ ਮਿਲਾਪ ਤੱਕ ਦੀ, ਇਹਨੂੰ ਅਕਥ ਕਹਾਣੀ ਆਖੀ। ਅਕਥ ਕਥਾ, ਪ੍ਰੇਮ ਕਥਾ, ਇਹ ਦੂਜੇ ਪ੍ਰਕਾਰ ਦੀ ਕਥਾ। ਹੁਣ ਜਿਹੜੀ ਤੀਜੀ ਕਥਾ ਹੈ ਉਹ ਹੈ ਹਰੀ ਦੀ ਕਥਾ। ਵੀ ਜਿਹੜੀ ਕਥਾ ਮਾਲਕ ਸਾਡੇ ਅੰਦਰ ਕਰਦੇ, ਪਰਮਾਤਮਾ ਘਰ ਦੇ ਵਿੱਚ ਕਰਦੇ, ਗੁਰਦੁਆਰੇ ਦੇ ਕਰਦੇ, ਜਿਹੜੀ ਉਹ ਕਥਾ ਹੈ, ਉਹ ਕਥਾ ਸਾਰੀਆਂ ਕਥਾਵਾਂ ਦੇ ਨਾਲੋਂ ਉੱਤਮ। ਜਿਵੇਂ ਆਪਾਂ ਦ੍ਰਿਸ਼ਟਮਾਨ ਕਥਾ ਜਿਹੜੀ ਸੁਣਦੇ ਹਾਂ, ਜਿਵੇਂ ਭਗਤਾਂ ਦਾ ਜੀਵਨ ਆਪਾਂ ਸੁਣਦੇ ਹਾਂ, ਉਹ ਸੁਣਨ ਦੇ ਨਾਲ, ਜਾਂ ਆਪਾਂ ਇਤਿਹਾਸ ਸੁਣਦੇ ਹਾਂ ਗੁਰੂ ਸਾਹਿਬਾਨਾਂ ਦਾ, ਉਹ ਸੁਣਨ ਦੇ ਨਾਲ ਕੀ ਹੁੰਦਾ ਵੀ ਸਾਡੇ ਅੰਦਰ ਚਾਅ ਪੈਦਾ ਹੁੰਦਾ ਵੀ ਜਿਵੇਂ ਮਾਲਕ ਭਗਤਾਂ ਦੀ ਰੱਖਿਆ 'ਤੇ ਆਇਆ, ਵੀ ਉਹ ਸਾਡੀ ਵੀ ਰੱਖਿਆ ਕਰੇ। ਜਿਵੇਂ ਭਗਤਾਂ ਨੇ ਭਗਤੀ ਕੀਤੀ, ਅਸੀਂ ਵੀ ਭਗਤੀ ਕਰੀਏ। ਸਾਡੇ ਅੰਦਰ ਉਹਨਾਂ ਦਾ ਜੀਵਨ ਸੁਣ ਕੇ ਸਾਡੇ ਅੰਦਰ ਚਾਅ ਪੈਦਾ ਹੁੰਦਾ। ਹੁਣ ਉਹ ਜੇ ਅਸੀਂ ਸਿਰਫ ਦ੍ਰਿਸ਼ਟਮਾਨ ਹੀ ਸੁਣਦੇ ਹਾਂ, ਉਹ ਚਾਅ ਤਾਂ ਪੈਦਾ ਹੋ ਜਾਏਗਾ, ਪਰ ਸਾਨੂੰ ਇਹ ਨਹੀਂ ਭੇਤ ਆਏਗਾ ਵੀ ਅਸੀਂ ਉਹ ਮਾਰਗ ਦੇ ਉੱਤੇ ਚੱਲਣਾ ਕਿਵੇਂ, ਵੀ ਅਸੀਂ ਭਗਤੀ ਕਿਵੇਂ ਕਰਨੀ ਹੈ। ਉਹ ਫਿਰ ਆਪਾਂ ਭਗਤੀ ਕਿਵੇਂ ਕਰਨੀ, ਉਹ ਸਾਨੂੰ ਅਕਥ ਕਹਾਣੀ ਦੇ ਵਿੱਚ ਦੱਸਿਆ ਜਾਂਦਾ ਵੀ ਅਸੀਂ ਭਗਤੀ ਕਿਵੇਂ ਕਰਨੀ ਹੈ, ਭਗਤੀ ਸਾਡੀ ਸ਼ੁਰੂ ਕਿੱਥੋਂ ਹੁੰਦੀ ਅਤੇ ਭਗਤੀ ਕਿਹਨੇ ਕਰਨੀ ਹੈ। ਉਹ ਸਾਰਾ ਫਿਰ ਅਕਥ ਕਹਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ ਜਾਣਾ। ਫਿਰ ਇਸ ਕਰਕੇ ਆਪਾਂ ਇਹ ਅਕਥ ਕਹਾਣੀ ਨੂੰ ਸੁਣ ਕੇ ਭਗਤੀ ਕਰਕੇ ਫਿਰ ਆਪਾਂ ਉਹ ਗੁਰਦੁਆਰੇ ਦੇ ਵਿੱਚ ਜਾਣਾ, ਅਤੇ ਫਿਰ ਅਸੀਂ ਉਹ ਹਰੀ ਦੀ ਕਥਾ ਨੂੰ ਸੁਣਨਾ।
ਜਿਹੜੀ ਕਥਾ ਸਾਰੀਆਂ ਕਥਾਵਾਂ ਦੇ ਨਾਲੋਂ ਉੱਤਮ, ਜਿਹਨੂੰ ਸੁਣਨ ਦੇ ਨਾਲ ਸਾਡੇ ਮਨ ਦੇ ਜਿਹੜੇ ਦੁੱਖ ਦਰਦ ਨੇ ਸਾਰੇ ਖਤਮ ਹੋ ਜਾਂਦੇ। ਜੋ ਸਾਡੇ ਮਨ ਨੂੰ ਜਨਮ ਮਰਨ ਦਾ ਰੋਗ ਲੱਗਿਆ, ਇਹ ਸਾਡਾ ਜਨਮ ਮਰਨ ਦਾ ਰੋਗ ਕੱਟਿਆ ਜਾਂਦਾ। ਇਸੇ ਪ੍ਰਥਾਏ ਸਤਿਗੁਰੂ ਫਰਮਾਉਂਦੇ ਨੇ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਵੀ ਉਹ ਜਿਹੜੀ ਕਥਾ ਹਰੀ ਦੀ ਜਦੋਂ ਅਸੀਂ ਉਹਨੂੰ ਸੁਣਾਂਗੇ, ਫਿਰ ਉਹਨੂੰ ਸੁਣਨ ਦੇ ਨਾਲ ਸਾਡੇ ਦੁੱਖ ਦਰਦ ਮਨ ਦੇ ਉਹ ਸਾਰੇ ਖਤਮ ਹੋਣ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਪੁੱਛਦੇ, ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਵੀ ਜਦੋਂ ਗੁਰਮੁਖ ਬਹੁਤ ਸਾਰੇ ਭਗਤੀ ਕਰਦੇ, ਫਿਰ ਉਹ ਇੱਕ ਦੂਸਰੇ ਨੂੰ ਪੁੱਛਦੇ ਵੀ ਤੁਸੀਂ ਦੱਸੋ ਤੁਹਾਡੇ ਵਿੱਚੋਂ ਜੇ ਕੋਈ ਉਹ ਘਰ ਗਿਆ ਹੋਵੇ, ਗੁਰਦੁਆਰੇ 'ਚ ਗਿਆ ਹੋਵੇ, ਵੀ ਸਾਨੂੰ ਉਹ ਘਰ ਦੱਸੋ ਵੀ ਜਿੱਥੇ ਮਾਲਕ ਦਾ ਦਿਨ ਰਾਤ ਕੀਰਤਨ ਹੋ ਰਹੀ ਹੈ, ਵੀ ਜਿੱਥੇ ਮਾਲਕ ਦੀ ਦਿਨ ਰਾਤ ਕੀਰਤੀ ਹੋ ਰਹੀ, ਜੇ ਤੁਹਾਡੇ ਵਿੱਚੋਂ ਕੋਈ ਗਿਆ ਹੈ ਤਾਂ ਸਾਨੂੰ ਉਹ ਸਥਾਨ ਦੱਸੋ ਵੀ ਅਸੀਂ ਵੀ ਉੱਥੇ ਜਾਣਾ ਚਾਹੁੰਦੇ ਹਾਂ। ਮਹਾਰਾਜ ਫਰਮਾਉਂਦੇ, ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਵੀ ਸਾਨੂੰ ਵੀ ਉਹ ਸਥਾਨ ਦੱਸੋ ਵੀ ਜੇ ਤੁਹਾਡੇ 'ਚੋਂ ਕੋਈ ਗਿਆ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਜਿਵੇਂ ਅਸੀਂ ਦ੍ਰਿਸ਼ਟਮਾਨ ਗੁਰੂ ਘਰ ਆਉਂਦੇ ਹਾਂ, ਸਤਿਗੁਰੂ ਆਪਾਂ ਨੂੰ ਕਹਿੰਦੇ ਤੁਹਾਡੇ ਅੰਦਰ ਗੁਰਦੁਆਰਾ, ਤੁਸੀਂ ਉਹਦੇ ਵਿੱਚ ਵੀ ਰੋਜ਼ ਜਾਓ। ਫਿਰ ਜਿਵੇਂ ਆਪਾਂ ਇੱਥੇ ਆ ਕੇ ਹੁਣ ਕਥਾ ਵਿਚਾਰ ਸੁਣਦੇ ਹਾਂ, ਸਮਾਪਤੀ ਤੋਂ ਬਾਅਦ ਫਿਰ ਆਪਾਂ ਨੂੰ ਪ੍ਰਸ਼ਾਦ ਵਰਤਾਇਆ ਜਾਂਦਾ। ਹੁਣ ਇਹ ਜਿਹੜਾ ਆਪਾਂ ਪ੍ਰਸ਼ਾਦ ਲੈਂਦੇ ਹਾਂ, ਇਹ ਸਾਡੇ ਮਨ ਦੀ ਖੁਰਾਕ ਨਹੀਂ, ਇਹ ਤਨ ਦੀ ਖੁਰਾਕ, ਸਰੀਰ ਦੀ। ਜਦੋਂ ਅਸੀਂ ਅੰਦਰਲੇ ਗੁਰਦੁਆਰੇ ਜਾਵਾਂਗੇ, ਉੱਥੇ ਕਿਹਨੇ ਜਾਣਾ? ਸਾਡੇ ਮਨ ਨੇ। ਜਦੋਂ ਸਾਡੀ ਸੁਰਤੀ, ਸਾਡਾ ਮਨ ਉੱਥੇ ਜਾਏਗਾ, ਉੱਥੇ ਫਿਰ ਸਾਨੂੰ ਅੰਮ੍ਰਿਤ ਵੰਡਿਆ ਜਾਂਦਾ, ਜਿਹਨੂੰ ਗੁਰ ਪ੍ਰਸ਼ਾਦ ਦਾ ਨਾਮ ਦਿੱਤਾ। ਵੀ ਇਹ ਗੁਰਦੁਆਰੇ ਆਏ ਨੇ, ਇਹਨਾਂ ਦੀ ਹੁਣ ਹਰੀ ਦੀ ਕਥਾ ਨੂੰ ਸੁਣੇ, ਹੁਣ ਇਹਨਾਂ ਨੂੰ ਅੰਮ੍ਰਿਤ ਦੇਵੋ। ਮਾਰੇ ਫਰਮਾਉਂਦੇ, ਉੱਥੇ ਅੰਮ੍ਰਿਤ ਵੰਡੀਏ ਸੁਖੀਆ ਸਦ ਕਰਨੇ। ਵੀ ਉੱਥੇ ਸਾਡੇ ਮਨ ਦੀ ਜਿਹੜੀ ਖੁਰਾਕ, ਸਾਡੇ ਮਨ ਦਾ ਭੋਜਨ, ਫਿਰ ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ। ਉਹ ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਇੱਕ ਗੁਰਸਿੱਖ ਹੈ, ਉਹ ਗੁਰਸਿੱਖ ਦੀ ਜਿਹੜੀ ਨਿੱਤ ਦੀ ਕਰਨੀ, ਵੀ ਜਿਉਂ ਹੀ ਅਸੀਂ ਇਹ ਤਨ ਦੇ ਵਿੱਚ, ਸਰੀਰ ਦੇ ਵਿੱਚ ਪ੍ਰਵੇਸ਼ ਹੁੰਦੇ ਹਾਂ, ਸਭ ਤੋਂ ਪਹਿਲਾਂ ਉੱਠਣ ਸਾਰ ਅਸੀਂ ਮਾਲਕ ਨੂੰ ਧਿਆਉਣਾ, ਉਹਦਾ ਸਿਮਰਨ ਕਰਨਾ। ਅਤੇ ਫਿਰ ਇੱਕ ਗੁਰਸਿੱਖ ਨੇ ਰੋਜ਼ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਨਾ। ਹੁਣ ਉਹ ਅੰਮ੍ਰਿਤਸਰ ਕਿੱਥੇ ਹੈ ਜਿਹਦੇ ਵਿੱਚ ਅਸੀਂ ਇਸ਼ਨਾਨ ਕਰਨਾ? ਆਵਾ ਪੜ੍ਹਦੇ ਤਾਂ ਹੈਗੇ, ਸਤਿਗੁਰੂ ਫਰਮਾਉਂਦੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ। ਹੁਣ ਜੇ ਅਸੀਂ ਆਪਦੇ ਘਰ ਹੀ ਨਹੀਂ ਗਏ, ਤਾਂ ਸਾਨੂੰ ਅੰਮ੍ਰਿਤਸਰ ਦਾ ਹੀ ਨਹੀਂ ਪਤਾ ਵੀ ਉਹ ਅੰਮ੍ਰਿਤਸਰ ਕਿੱਥੇ। ਜੇ ਸਾਨੂੰ ਅੰਮ੍ਰਿਤਸਰ ਦਾ ਹੀ ਨਹੀਂ ਪਤਾ ਵੀ ਉਹ ਅੰਮ੍ਰਿਤਸਰ ਕਿੱਥੇ ਹੈ, ਤਾਂ ਫਿਰ ਅਸੀਂ ਇਸ਼ਨਾਨ ਕਿੱਥੇ ਕਰਾਂਗੇ? ਜੇ ਅਸੀਂ ਇਸ਼ਨਾਨ ਨਹੀਂ ਕਰਾਂਗੇ ਅੰਮ੍ਰਿਤਸਰ ਦੇ ਵਿੱਚ, ਤਾਂ ਸਾਡੇ ਮਨ ਦੀ ਮੈਲ ਨਹੀਂ ਉਤਰੇਗੀ, ਕਿਉਂਕਿ ਮੈਲ ਤਾਂ ਫੇਰ ਉਤਰਨੀ ਨਾ ਜਦੋਂ ਅਸੀਂ ਅੰਮ੍ਰਿਤਸਰ 'ਚ ਇਸ਼ਨਾਨ ਕੀਤਾ। ਮਾਰੇ ਫਰਮਾਉਂਦੇ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਹੁਣ ਉਹ ਅੰਮ੍ਰਿਤਸਰ ਹੈ ਜਿਹੜਾ 68 ਤੀਰਥਾਂ ਦਾ ਪ੍ਰਬੰਧ ਸਤਿਗੁਰਾਂ ਨੇ ਸਾਡੇ ਘਰ ਦੇ ਵਿੱਚ ਕੀਤਾ, ਮਹਿਲ ਦੇ ਵਿੱਚ। ਵੀ ਬੱਚਾ ਪ੍ਰਦੇਸ਼ ਚੱਲੇ, ਪ੍ਰਦੇਸ਼ ਵਿੱਚ ਜਾ ਕੇ ਜੇ ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਮੈਲ ਲੱਗਦੀ ਹੈ, ਤੇ ਇਹ ਘਰ ਆਵੇ, ਘਰ ਆ ਕੇ ਤੀਰਥ 'ਚ ਇਸ਼ਨਾਨ ਕਰ ਲਵੇ, ਤੇ ਇਹਦੀ ਸਾਰੀ ਮੈਲ ਉਤਰ ਜੇ। ਹੁਣ ਜਦ ਤੱਕ ਅਸੀਂ ਘਰ ਨਹੀਂ ਜਾਂਦੇ, ਉਹਨਾਂ ਸਮਾਂ ਸਾਡੇ ਮਨ ਦੀ ਮੈਲ ਨਹੀਂ ਉਤਰਦੀ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਾਡੇ ਇਹ ਜੀਵਨ ਦੀ ਜਾਂਚ ਆਪਾਂ ਨੂੰ ਸਿਖਾਈ ਹੋਈ। ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਡਾ ਘਰ ਨਹੀਂ ਹੈ, ਜਿਹੜਾ ਇਹ ਸਰੀਰ ਹੈ ਇਹ ਬਗਾਨਾ ਘਰ ਹੈ, ਇਹਨੂੰ ਬਗਾਨਾ ਦੇਸ਼ ਕਹਿੰਦੇ, ਇਹਨੂੰ ਕਾਲ ਦਾ ਦੇਸ਼ ਕਹਿੰਦੇ। ਤੇ ਘਰ ਨੂੰ ਅੱਗੇ ਕਹਿੰਦੇ ਸੀ ਡੇਰਾ, ਤੇ ਸਤਿਗੁਰ ਕਹਿੰਦੇ ਤੁਹਾਡਾ ਇਹ ਡੇਰਾ ਨਹੀਂ ਹੈ, ਤੁਸੀਂ ਹੁਣ ਗੁਰੂ ਦੇ ਸ਼ਬਦ ਦੁਆਰਾ ਆਪਣੇ ਡੇਰੇ, ਆਪਣੇ ਘਰ ਦੀ ਪਹਿਚਾਣ ਕਰੋ। ਮਾਰੇ ਫਰਮਾਉਂਦੇ, ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹਿ ਜਾਣ, ਉਹਾਂ ਡੇਰਾ ਕੇ ਸੰਜਮੋਂ ਗੁਰ ਕੇ ਸ਼ਬਦ ਪਛਾਣ। ਵੀ ਸਾਡੇ ਵਾਸਤੇ ਜਿਹੜਾ ਮਾਲਕ ਨੇ ਮਹਿਲ ਬਣਾ ਕੇ ਦਿੱਤਾ ਹੈ,
ਜਿਹਨੂੰ ਥਿਰ ਘਰ ਕਹਿੰਦੇ, ਦਸਵਾਂ ਦਵਾਰ ਕਹਿੰਦੇ, ਮੰਦਰ ਕਹਿੰਦੇ, ਗੁਰਦੁਆਰਾ ਕਹਿੰਦੇ, ਗੜ੍ਹ ਕਹਿੰਦੇ, ਮਸੀਤ ਕਹਿੰਦੇ, ਬਹੁਤ ਸਾਰੇ ਨਾਮ ਦਿੱਤੇ ਨੇ ਗੁਰਬਾਣੀ ਗੁਰੂ ਵਿੱਚ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਉੱਥੇ ਆਵੋ ਘਰ ਦੇ ਵਿੱਚ, ਅਤੇ ਉੱਥੇ ਅੰਮ੍ਰਿਤ ਹੈ ਸਾਡੇ ਘਰ ਦੇ ਵਿੱਚ, ਸਾਡੀ ਖੁਰਾਕ। ਉੱਥੇ ਸਾਡੇ ਵਾਸਤੇ 68 ਤੀਰਥਾਂ ਦਾ ਪ੍ਰਬੰਧ ਕੀਤਾ ਸਾਡੇ ਮਨ ਵਾਸਤੇ। ਹੁਣ ਇਸ ਵਾਸਤੇ ਇਸੇ ਦਾ ਹੀ ਨਮੂਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਤੁਹਾਡੇ ਵਿੱਚੋਂ ਬਹੁਤ ਸਾਰੇ ਗੁਰਮੁਖ ਗਏ ਹੋਣਗੇ ਅਨੰਦਪੁਰ ਸਾਹਿਬ। ਹੁਣ ਉੱਥੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਅਤੇ ਉੱਥੇ ਸਥਾਨ ਬਣਾਇਆ, ਜਿਸ ਸਥਾਨ ਦਾ ਨਾਂ ਆਪਣੇ ਇਹ ਅੰਦਰਲੇ ਜਿਹੜਾ ਗੜ੍ਹ ਹੈ ਉਸ ਗੜ੍ਹ ਦੇ ਨਾਂ 'ਤੇ ਰੱਖੇ, ਵੀ ਤਾਂ ਕਿ ਜਿਹੜੇ ਵੀ ਸਿੱਖ ਉੱਥੇ ਆਉਣਗੇ ਦਰਸ਼ਨ ਮੇਲੇ ਕਰਨ ਵਾਸਤੇ, ਜਿਹੜੇ ਉੱਥੇ ਸੰਤ ਹੋਣਗੇ, ਸਾਧੂ ਹੋਣਗੇ, ਗੁਰਮੁਖ ਹੋਣਗੇ, ਉਹ ਸਾਨੂੰ ਉੱਥੇ ਗਿਆ ਨੂੰ ਸਾਡੇ ਅੰਦਰਲੇ ਗੜ੍ਹ ਦਾ ਗੁਰਦੁਆਰੇ ਦਾ ਭੇਤ ਦੇਣਗੇ। ਬਈ ਜਿਵੇਂ ਤੁਸੀਂ ਇੱਥੇ ਯਾਤਰਾ ਕਰਕੇ ਚੱਲ ਕੇ ਆਏ ਹੋ, ਤੁਹਾਡੇ ਅੰਦਰ ਉਹ ਗੁਰਦੁਆਰਾ ਜਿਹਦੇ ਵਿੱਚ ਅੰਮ੍ਰਿਤ ਰੱਖਿਆ, ਜਿਹੜਾ ਅੰਮ੍ਰਿਤ ਤੁਸੀਂ ਰੋਜ਼ ਛਕਣਾ, ਰੋਜ਼ ਪੀਣਾ, ਉਹ ਉਸੇ ਫਿਰ ਸਥਾਨ ਦਾ ਨਾਂ, ਜਿਵੇਂ ਇਹ ਆਪਣੇ ਕੇਸ ਨੇ, ਸਭ ਤੋਂ ਉੱਪਰਲਾ ਸਥਾਨ ਜਿਹੜਾ ਆਪਣਾ ਇਹ ਉੱਪਰ ਕੇਸ ਨੇ, ਕੇਸਾਂ ਦੇ ਨਾਲ ਇਹ ਗੜ੍ਹ ਹੈ ਜਿਹਦੇ ਵਿੱਚ ਉਹ ਸਾਹਿਬ ਬੈਠਾ, ਮਾਲਕ ਆਪਣਾ ਸਾਰਿਆਂ ਦਾ ਮਾਤਾ ਪਿਤਾ। ਇਹ ਇਸੇ ਦਾ ਹੀ ਨਮੂਨਾ, ਇਸੇ ਸਥਾਨ ਦੇ ਨਾਂ 'ਤੇ ਉਹ ਸਥਾਨ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕੇਸਗੜ੍ਹ ਸਾਹਿਬ। ਵੀ ਜਿਹੜੇ ਸਾਡੇ ਕੇਸ ਨੇ, ਕੇਸਾਂ ਦੇ ਨਾਲ ਉਹ ਗੜ੍ਹ ਹੈ ਅਤੇ ਉਹਦੇ ਵਿੱਚ ਸਾਡਾ ਸਾਰਿਆਂ ਦਾ ਸਾਹਿਬ ਮਾਲਕ ਬੈਠਾ, ਜਿਹਦੇ ਵਿੱਚ ਅਸੀਂ ਜਦੋਂ ਜਾਵਾਂਗੇ ਉਹਦੇ ਵਿੱਚ ਅੰਮ੍ਰਿਤ ਹੈ। ਜਦੋਂ ਅਸੀਂ ਘਰ ਜਾਵਾਂਗੇ ਸਾਨੂੰ ਅੰਮ੍ਰਿਤ ਮਿਲੇਗਾ। ਜਦੋਂ ਅਸੀਂ ਘਰ ਜਾਵਾਂਗੇ ਅਸੀਂ ਉਹ ਅਨਹਦ ਬਾਣੀ ਹਰੀ ਦੀ ਕਥਾ ਨੂੰ ਸੁਣਾਂਗੇ। ਜਦੋਂ ਅਸੀਂ ਘਰ ਜਾਵਾਂਗੇ, ਉੱਥੇ ਗੜ੍ਹ ਵਿੱਚ ਜਾਵਾਂਗੇ, ਅਸੀਂ ਅੰਮ੍ਰਿਤ ਰਸ ਛਕਾਂਗੇ ਅਤੇ ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ। ਮਹਾਰਾਜ ਇਸ ਲਈ ਫਰਮਾਉਂਦੇ, ਅੰਮ੍ਰਿਤ ਪੀਵੇ ਅਮਰ ਸੋ ਹੋਵੇ। ਹੁਣ ਅੰਮ੍ਰਿਤ ਜਿੰਨੇ ਵੀ ਸਰੀਰ ਸਾਡੇ, ਜਿੰਨੇ ਵੀ ਘਟ ਨੇ, ਸਭਨਾਂ ਦੇ ਅੰਦਰ ਮੌਜੂਦ ਹੈ। ਮਹਾਰਾਜ ਕਹਿੰਦੇ ਜੇਤੇ ਘਟ ਸਭ ਹੀ ਮੈਂ ਅੰਮ੍ਰਿਤ, ਵੀ ਜਿੰਨੇ ਵੀ ਘਟ ਨੇ ਸਰੀਰ ਸਾਰਿਆਂ ਦੇ ਅੰਦਰ ਅੰਮ੍ਰਿਤ ਹੈ। ਸਾਡੇ ਅੰਦਰ ਮਾਲਕ ਨੇ ਅੰਮ੍ਰਿਤ ਦਾ ਕੁੰਡ ਭਰ ਕੇ ਰੱਖ ਦਿੱਤਾ, ਜਿੰਨਾ ਮਰਜ਼ੀ ਅਸੀਂ ਕੱਢ ਕੱਢ ਪੀਤੀ ਜਾਈਏ ਉਹ ਮੁੱਕਦਾ ਹੀ। ਮਾਰੇ ਫਰਮਾਉਂਦੇ ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਹੁਣ ਸਾਡੇ ਅੰਦਰ ਦਾ ਕੁੰਡ ਭਰ ਕੇ ਰੱਖਿਆ, ਪਰ ਸਾਨੂੰ ਉਹ ਕੱਢ ਕੇ ਪੀਣ ਦੀ ਜੁਗਤੀ ਭੁੱਲ ਗਈ, ਸਾਨੂੰ ਤਰੀਕਾ ਨਹੀਂ ਆਉਂਦਾ। ਹੁਣ ਮਾਲਕ ਜਦੋਂ ਸਾਨੂੰ ਦੇਖਦਾ ਵੀ ਬੱਚੇ ਪਰਦੇਸ ਗਏ ਕਿਰਤ ਕਰਨ ਵਾਸਤੇ, ਉਹ ਐਡਾ ਦਿਆਲੂ ਕਿਰਪਾਲੂ ਹੈ, ਸਾਨੂੰ ਉਹ ਰਸ ਸਾਡੀ ਖੁਰਾਕ ਮਗਰ ਵੀ ਭੇਜਦੇ। ਪਰ ਰਸਤੇ ਵਿੱਚ ਇਹ 5 ਚੋਰ ਬੈਠੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਾਲਕ ਸਾਨੂੰ ਉਹ ਖੁਰਾਕ ਭੇਜਦੇ ਅੰਮ੍ਰਿਤ, ਇਹ ਰਸਤੇ ਵਿੱਚ ਚੋਰੀ ਕਰ ਲੈਂਦੇ, ਸਾਡੇ ਤੱਕ ਪਹੁੰਚਣ ਹੀ ਨਹੀਂ ਦਿੰਦੇ। ਮਹਾਰਾਜ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਸਾਡੀ ਇਸ ਦੇਹੀ ਦੇ ਅੰਦਰ ਇਹ 5 ਚੋਰ ਵਸਦੇ। ਉਹਨਾਂ ਚੋਰਾਂ ਦੇ ਨਾਂ ਕੀ ਨੇ? ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਤੇ ਚੋਰੀ ਕੀ ਕਰਦੇ? ਕਹਿੰਦੇ ਤੁਹਾਡੇ ਮਨ ਦੀ ਖੁਰਾਕ ਇਹ ਅੰਮ੍ਰਿਤ ਲੁੱਟੀ ਜਾ ਰਹੇ। ਮਹਾਰਾਜ ਫਰਮਾਉਂਦੇ ਇਸ ਦੇਹੀ ਅੰਦਰ 5 ਚੋਰ ਵਸੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਹੁਣ ਮਾਲਕ ਸਾਨੂੰ ਭੇਜ ਰਿਹਾ, ਪਰ ਇਹ ਲੁੱਟ ਲੈਂਦੇ ਰਸਤੇ, ਸਾਡੇ ਤੱਕ ਪਹੁੰਚਣ ਹੀ ਨਹੀਂ ਦਿੰਦੇ। ਹੁਣ ਨਾ ਸਾਨੂੰ ਸਾਡੀ ਖੁਰਾਕ ਮਿਲਣ ਕਰਕੇ ਸਾਡਾ ਮਨ ਹੈ ਜਿਹੜਾ ਉਹ ਬਹੁਤਾ ਹੀ ਕਮਜ਼ੋਰ ਹੋ ਗਈ। ਜਿਵੇਂ ਆਪਾਂ ਇਹ ਤਨ ਹੈ ਸਰੀਰ, ਇਹਨੂੰ ਆਪਾਂ ਖੁਰਾਕ ਨਾ ਦਈਏ, ਆਪਾਂ ਪ੍ਰਸ਼ਾਦਾ ਭੋਜਨ ਨਾ ਛਕੀਏ, ਸਾਡਾ ਤਨ ਕਮਜ਼ੋਰ ਹੋ ਜਾਏਗਾ। ਫਿਰ ਇਹਦੇ ਵਿੱਚ ਗਰਮੈਸ਼ ਵੱਧ ਜਾਏਗੀ ਅਤੇ ਸਾਨੂੰ ਰੋਗ ਲੱਗ ਜਾਣਗੇ, ਸਾਨੂੰ ਬਿਮਾਰੀਆਂ ਲੱਗ ਜਾਣਗੀਆਂ। ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੇ ਮਨ ਨੂੰ ਖੁਰਾਕ ਨਹੀਂ ਦਿੰਦੇ ਅੰਮ੍ਰਿਤ, ਫਿਰ ਇਹ ਰੋਗੀ ਹੋ ਜਾਂਦਾ। ਫਿਰ ਇਹਨੂੰ ਰੋਗ ਵੀ ਐਸੇ ਲੱਗਦੇ ਤੇ ਅੰਦਰ ਇੰਨੀ ਤਪਸ਼, ਇੰਨੀ ਗਰਮੈਸ਼ ਵੱਧ ਜਾਂਦੀ ਹੈ, ਫਿਰ ਸਾਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਚੜ੍ਹਦਾ। ਸਾਡੇ ਅੰਦਰ ਜਿਹੜੀ ਸਹਿਣਸ਼ੀਲਤਾ, ਸਬਰ, ਸੰਤੋਖ ਉਹ ਖਤਮ ਹੋ ਜਾਂਦਾ। ਫਿਰ ਅਸੀਂ ਨਿੱਕੀ ਨਿੱਕੀ ਗੱਲ 'ਤੇ ਚਿੰਤਾ ਕਰਦੇ ਹਾਂ, ਅਸੀਂ ਫਿਕਰ ਕਰਦੇ ਹਾਂ।
ਫਿਰ ਛੋਟੀ ਛੋਟੀ ਗੱਲ 'ਤੇ ਅਸੀਂ ਦੁਬਦਾ ਕਰਦੇ ਹਾਂ, ਵੈਰ ਵਿਰੋਧ ਕਰਦੇ ਹਾਂ, ਈਰਖਾ ਕਰਦੇ ਹਾਂ, ਨਫ਼ਰਤ ਕਰਦੇ ਹਾਂ। ਇਹ ਜਿਹੜੇ ਮਨ ਰੋਗੀ ਹੋ ਗਏ, ਉਹ ਰੋਗੀ ਚਿੱਤ ਦੀ ਫਿਰ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਰੋਗੀ ਮਨ ਦੇ ਲੱਛਣ ਦੱਸਦੇ, ਜਿਹੜਾ ਰੋਗੀ ਚਿੱਤ ਹੈ। ਹੁਣ ਰੋਗੀ ਕੌਣ ਨੇ? ਸਤਿਗੁਰ ਕਹਿੰਦੇ ਵੀ ਜਿਹਨੂੰ ਵੀ ਦੇਖਦੇ ਵੀ ਸਾਰਾ ਸੰਸਾਰ ਹੀ ਰੋਗੀ ਹੋਇਆ ਪਿਆ। ਹੁਣ ਤਨ ਕਰਕੇ ਤਾਂ ਆਪਾਂ ਰੋਗੀ ਨਹੀਂ, ਪਰ ਜਿਹੜੇ ਮਨ ਨੇ ਉਹ ਸਾਰਿਆਂ ਦੇ ਰੋਗੀ ਨੇ, ਚਾਹੇ ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ। ਮਾਰੇ ਫਰਮਾਉਂਦੇ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਈ ਜਿਹਨੂੰ ਵੀ ਦੇਖਦੇ ਮਨ ਹੈ ਜਿਹੜਾ, ਉਹ ਸਭ ਦਾ ਰੋਗੀ ਹੋ ਗਈ। ਹੁਣ ਜਿਹੜੇ ਸਾਡੇ ਮਨ ਦੇ ਰੋਗ ਨੇ, ਇਹ ਮਨ ਦੇ ਰੋਗਾਂ ਦਾ ਸੰਸਾਰ ਦੇ ਵਿੱਚ ਕੋਈ ਦਾਰੂ ਨਹੀਂ ਹੈ। ਸੰਸਾਰੀ ਡਾਕਟਰ, ਸੰਸਾਰੀ ਵੈਦ ਸਾਡੇ ਮਨ ਨੂੰ ਕੋਈ ਦਾਰੂ ਨਹੀਂ ਦੇ ਸਕਦੇ, ਮਨ ਦਾ ਇਲਾਜ ਨਹੀਂ ਕਰ ਸਕਦੇ, ਕਿਉਂਕਿ ਮਨ ਉਹਨਾਂ ਦੇ ਵੀ ਰੋਗੀ ਨੇ। ਚਾਹੇ ਕੋਈ ਵੈਦ ਹੈ, ਚਾਹੇ ਕੋਈ ਡਾਕਟਰ ਹੈ, ਉਹ ਵੀ ਰੋਗੀ ਹੈ। ਜਿਵੇਂ ਮਹਾਰਾਜ ਕਹਿੰਦੇ ਵੀ ਵੈਦ ਕੀ ਕਹਿੰਦਾ? ਵੈਦ ਕਹਿੰਦਾ ਵੀ ਮੇਰੇ ਵੱਸ ਦਾਰੂ ਹੈ, ਵੀ ਇੱਕ ਜੀਵ ਬਾਰ ਮੇਰੇ ਕੋਲ ਜੀਵ ਨੂੰ ਮਰਦੇ ਨੂੰ ਲੈ ਆਓ, ਉਹਨੂੰ ਮੈਂ ਮਰਨ ਨਹੀਂ ਦਿੰਦਾ, ਉਹਨੂੰ ਮੈਂ ਬਚਾ ਲੂੰ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਵੈਦ ਜੇ ਤੇਰੇ ਵੱਸ ਹੋਵੇ, ਤੂੰ ਆਪ ਤਾਂ ਮਰੇ ਹੀ ਨਾ, ਫਿਰ ਤੂੰ ਆਪ ਤਾਂ ਸੰਸਾਰ 'ਚੋਂ ਜਾਵੇ ਹੀ ਨਾ। ਬਈ ਇਹ ਤੇਰੇ ਵੱਸ ਨਹੀਂ ਹੈ, ਇਹ ਮਾਲਕ ਦੇ ਵੱਸ ਹੈ, ਪਰਮਾਤਮਾ ਦੇ ਵੱਸ। ਮਾਰੇ ਫਰਮਾਉਂਦੇ ਕਬੀਰ ਵੈਦ ਕਹੇ ਹੋਂ ਹੀ ਭਲਾ ਦਾਰੂ ਮੇਰੇ ਵੱਸ, ਇਹ ਤੋਂ ਵਸਤ ਗੋਪਾਲ ਕੀ ਜਦ ਭਾਵੇ ਲੇਖਸ। ਹੁਣ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹ 550 ਸਾਲ ਪਹਿਲਾਂ ਦੱਸਿਆ ਵੀ ਪਹਿਲਾਂ ਸਾਡਾ ਮਨ ਰੋਗੀ ਹੁੰਦਾ, ਉਸ ਤੋਂ ਬਾਅਦ ਸਾਡੇ ਤਨ ਵਿੱਚ ਰੋਗ ਆਉਂਦਾ ਹੈ। ਹੁਣ ਮਨ ਸਾਡਾ ਕਾਹਤੋਂ ਰੋਗੀ ਹੁੰਦਾ? ਜਿਵੇਂ ਹੁਣ ਵੱਡੇ ਜਿਹੜੇ ਡਾਕਟਰ ਹੁਣ ਇਹ ਚੀਜ਼ ਨੂੰ ਮੰਨਦੇ ਵੀ ਪਹਿਲਾਂ ਜੀਵ ਮਾਨਸਿਕ ਤੌਰ 'ਤੇ ਰੋਗੀ, ਮਨ ਰੋਗੀ ਹੁੰਦਾ, ਫਿਰ ਉਹਦਾ ਤਨ ਰੋਗੀ ਹੁੰਦਾ। ਅਤੇ ਮਹਾਰਾਜ ਨੇ ਆਪਾਂ ਨੂੰ ਕਿੰਨਾ ਸਮਾਂ ਪਹਿਲਾਂ ਦੱਸਿਆ, ਅਤੇ ਉਹਨਾਂ ਨੇ ਫਿਰ ਸਾਨੂੰ ਇਹ ਵੀ ਦੱਸਿਆ ਵੀ ਮਨ ਕਾਹਤੋਂ ਰੋਗੀ ਹੁੰਦਾ। ਫਿਰ ਇਹ ਰੋਗੀ ਹੋਏ ਮਨ ਦੇ ਜਿਹੜੇ ਇਲਾਜ ਨੇ, ਉਹ ਇਲਾਜ ਕਿਵੇਂ ਹੋਣਾ ਅਤੇ ਇਹਦਾ ਦਾਰੂ ਕੀ ਹੈ, ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਸਾਰਾ। ਹੁਣ ਮਹਾਰਾਜ ਆਪਾਂ ਨੂੰ ਦੱਸਦੇ ਵੀ ਮਨ ਸਾਡੇ ਨੂੰ ਕਾਹਤੋਂ ਰੋਗ ਲੱਗਦੇ, ਕਿਉਂ ਸਾਡਾ ਮਨ ਰੋਗੀ ਹੋ ਜਾਂਦਾ। ਸਾਡੇ ਮਨ ਨੂੰ ਤਾਂ ਰੋਗ ਲੱਗਦੇ ਕਿਉਂਕਿ ਇੱਥੇ ਆ ਕੇ ਅਸੀਂ ਆਪਦੇ ਮਾਤਾ ਪਿਤਾ ਨੂੰ ਭੁੱਲ ਜਾਂਦੇ। ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਗਏ, ਉਹ ਤੋਂ ਅਸੀਂ ਬੇਮੁਖ ਹੋ ਜਾਂਦੇ ਹਾਂ, ਅਸੀਂ ਉਹਦੇ ਸਨਮੁਖ ਨਹੀਂ ਰਹਿੰਦੇ। ਫਿਰ ਜਿਹੜਾ ਹੁਕਮ ਹੈ, ਅਸੀਂ ਹੁਕਮ ਤੋਂ ਆਕੀ ਹੋ ਜਾਂਦੇ ਹਾਂ, ਨਾਮ ਤੋਂ। ਫਿਰ ਸਾਡੇ ਮਨ ਨੂੰ ਜਿਹੜੇ ਐਸੇ ਰੋਗ ਲੱਗਦੇ ਨੇ ਜਿਹਦਾ ਇਹ ਸੰਸਾਰ ਦੇ ਵੈਦ ਫਿਰ ਕੋਈ ਇਲਾਜ ਨਹੀਂ ਕਰ ਸਕਦੀ। ਮਾਰੇ ਫਰਮਾਉਂਦੇ ਗੁਰੂ ਨਾਨਕ ਪਾਤਸ਼ਾਹ, ਖਾਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਆਂਦੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਬਈ ਇਹ ਮਨ ਹੈ ਜਿਹੜਾ, ਇਹਨੂੰ ਤਾਂ ਰੋਗ ਲੱਗਦੇ ਕਿਉਂਕਿ ਪਰਮਾਤਮਾ ਨੂੰ ਭੁੱਲ ਗਿਆ। ਭੁੱਲਣ ਕਰਕੇ ਇਹਨੂੰ ਐਸੇ ਰੋਗ ਲੱਗ ਗਏ। ਕਾਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਮਾਲਕ ਨੂੰ ਭੁੱਲ ਗਿਆ ਤੇ ਇਹਨੂੰ ਰੋਗ ਵਿਆਪਦੇ। ਹੁਣ ਇਹ ਰੋਗ ਕੀ ਨੇ? ਇਹ ਜਿਹੜੇ ਸਾਨੂੰ ਵਿਚਾਰ ਆਉਂਦੇ, ਫੁਰਨੇ ਆਉਂਦੇ, ਇਹ ਸਾਰੇ ਸਾਡੇ ਮਨ ਨੂੰ ਰੋਗ ਲੱਗੇ ਹੋਏ। ਇਹ ਚਿੰਤਾ, ਫਿਕਰ, ਬੈਰ, ਵਿਰੋਧ, ਹਉਮੈ, ਹੰਕਾਰ, ਇਹ ਸਭ ਸਾਡੇ ਮਨ ਨੂੰ ਰੋਗ ਲੱਗੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨਾਂ ਰੋਗਾਂ ਦਾ ਦਾਰੂ ਕੀ ਹੈ? ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਨਾਂ ਸਾਰਿਆਂ ਰੋਗਾਂ ਦਾ ਜਿਹੜਾ ਦਾਰੂ ਹੈ, ਉਹ ਨਾਮ ਹੈ। ਫਰਮਾਉਂਦੇ ਨੇ ਸਰਬ ਰੋਗ ਕਾ ਔਖਦ ਨਾਮ। ਹੁਣ ਇਹ ਨਾਮ ਸਾਨੂੰ ਦਾਰੂ ਮਿਲੇ ਕਿੱਥੋਂ, ਕੌਣ ਦਵੇ? ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਸਾਡੇ ਅੰਦਰ ਹੀ ਉਹ ਸਹਿਜ ਘਰ ਦੇ ਵਿੱਚ, ਗੁਰਦੁਆਰੇ ਦੇ ਵਿੱਚ ਵੈਦ ਬੈਠੇ ਨੇ, ਸਤਿਗੁਰੂ। ਜਦੋਂ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਜਾਵਾਂਗੇ ਤੇ ਉਹ ਸਾਡੇ ਮੁੱਖ ਦੇ ਵਿੱਚ ਇਹ ਦਾਰੂ ਪਾਉਣਗੇ। ਜਿਵੇਂ ਹੁਣ ਆਪਾਂ ਸੰਸਾਰੀ ਤੌਰ 'ਤੇ ਆਪਣੇ ਤਨ ਨੂੰ ਕੋਈ ਰੋਗ ਲੱਗ ਜਾਂਦਾ, ਆਪਾਂ ਨੂੰ ਡਾਕਟਰਾਂ ਪਾਸ ਚੱਲ ਕੇ ਜਾਣਾ ਪੈਂਦਾ, ਆਪਾਂ ਜਾਂਦੇ ਹਾਂ ਚੱਲ ਕੇ। ਹੁਣ ਇਸੇ ਤਰ੍ਹਾਂ ਹੀ ਜਦੋਂ ਸਾਡੇ ਮਨ ਨੂੰ ਰੋਗ ਲੱਗ ਜਾਂਦੇ, ਸਾਨੂੰ ਸਤਿਗੁਰਾਂ ਪਾਸ ਆਉਣਾ ਪੈਂਦਾ ਚੱਲ ਕੇ। ਫਿਰ ਜਦੋਂ ਆਪਾਂ ਸਤ ਸੰਗਤ 'ਚ ਆਉਂਦੇ ਹਾਂ, ਸਤਿਗੁਰੂ ਆਪਾਂ ਨੂੰ ਸਮਝਾਉਂਦੇ ਬਈ ਉਹ ਵੈਦ ਸਾਡੇ ਅੰਦਰ ਹੀ ਬੈਠੇ ਸਹਿਜ ਘਰ ਦੇ ਵਿੱਚ।
ਤੁਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਓ। ਜਦੋਂ ਤੁਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਜਾਓਗੇ ਫਿਰ ਤੁਹਾਡੇ ਜਿਹੜੇ ਰੋਗ ਨੇ ਮਹਾਰਾਜ ਕਹਿੰਦੇ ਜੜ੍ਹਾਂ ਤੋਂ ਹੀ ਕੱਟ ਦੇਣਗੇ, ਖਤਮ ਹੋ ਜਾਣਗੇ ਸਦਾ ਵਾਸਤੇ। ਇਹ ਫਰਮਾਉਂਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਵੀ ਸਾਡੇ ਜਿਹੜੇ ਰੋਗ ਸਾਰੇ ਕੱਟੇ ਜਾਣਗੇ ਜੇ ਅਸੀਂ ਸਤਿਗੁਰਾਂ ਪਾਸ ਚਲੇ ਜਾਈਏ। ਹੁਣ ਸਤਿਗੁਰ ਕਿੱਥੇ ਬੈਠੇ? ਸਾਡੇ ਅੰਦਰ ਉਹ ਸਹਿਜ ਘਰ ਦੇ ਵਿੱਚ, ਜਿਹਨੂੰ ਨਿਜ ਮਹਿਲ ਕਹਿੰਦੇ, ਥਿਰ ਘਰ ਕਹਿੰਦੇ, 10ਵੇਂ ਦੀਵਾਰ ਦੇ ਵਿੱਚ ਉੱਥੇ ਬੈਠੇ। ਸਹਿਜ ਗੁਫਾ ਦੇ ਵਿੱਚ ਆਸਣ ਲਾ ਕੇ ਬੈਠੇ। ਸਹਿਜ ਗੁਫਾ ਮੇ ਆਸਣ ਬਾਧਿਓ, ਜੋਤ ਸਰੂਪ ਅਨਾਹਦ ਵਾਜਿਓ। ਬਈ ਉੱਥੇ ਅਨਾਹਦ ਸ਼ਬਦ ਪ੍ਰਗਟ ਨੇ ਤੇ ਉੱਥੇ ਬੈਠੇ ਸਹਿਜ ਘਰ ਦੇ ਵਿੱਚ। ਹੌਲੀ ਸਹਿਜ ਘਰ ਦੇ ਵਿੱਚ ਜਾਣ ਵਾਸਤੇ ਫਿਰ ਸਾਨੂੰ ਇਹ ਸਿਮਰਨ ਕਰਨਾ ਪੈਂਦਾ। ਜਿਵੇਂ ਆਪਾਂ ਡਾਕਟਰਾਂ ਪਾਸ ਜਾਂਦੇ ਹਾਂ ਨਾ, ਆਪਾਂ ਸਾਧਨ ਅਪਣਾਉਂਦੇ, ਵੀ ਚਾਹੇ ਆਪਾਂ ਕਿਸੇ ਸਾਧਨ 'ਤੇ ਜਾਈਏ, ਚਾਹੇ ਆਪਾਂ ਤੁਰ ਕੇ ਜਾਈਏ, ਉਹ ਸਾਧਨ ਹੈ ਡਾਕਟਰ ਕੋਲ ਜਾਣ ਵਾਸਤੇ। ਹੁਣ ਇਸੇ ਤਰ੍ਹਾਂ ਹੀ ਸਾਡੇ ਅੰਦਰ ਉਹ ਵੈਦ ਬੈਠੇ ਤੇ ਉਹ ਵੈਦ ਤੱਕ ਪਹੁੰਚਣ ਵਾਸਤੇ ਫਿਰ ਇਹ ਸਾਧਨ ਹੈ ਸਿਮਰਨ ਅਭਿਆਸ ਕਰ। ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਅਭਿਆਸ ਕਰਾਂਗੇ, ਸਿਮਰਨ ਕਰਦੇ ਕਰਦੇ ਹੌਲੀ ਹੌਲੀ ਅਸੀਂ ਅੰਤਰਗਤ ਸਹਿਜ ਵਿੱਚ ਹੁੰਦੇ ਜਾਣਾ। ਜਦੋਂ ਅਸੀਂ ਸਹਿਜ ਵਿੱਚ ਚਲੇ ਜਾਵਾਂਗੇ, ਸਹਿਜ ਦੇ ਵਿੱਚ ਹੀ ਫਿਰ ਉਹ ਸਤਿਗੁਰੂ ਬੈਠੇ, ਜਿਹੜੇ ਸਾਨੂੰ ਦਾਰੂ ਦੇਣਗੇ, ਸਾਡੇ ਮੁਖ ਦੇ ਵਿੱਚ ਉਹ ਔਖਦ ਪਾਉਣਗੇ, ਜਿਹੜੇ ਸਾਨੂੰ ਨਾਮ ਦੀ ਦਾਤ ਦੇਣਗੇ। ਆਓ ਹੁਣ ਕਿਵੇਂ ਅਸੀਂ ਸਹਿਜ ਘਰ ਦੇ ਵਿੱਚ ਜਾਣਾ, ਉਹਦੇ ਵਾਸਤੇ ਸਤਿਗੁਰੂ ਜੋ ਆਪਾਂ ਨੂੰ ਇਹ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਸਾਸ ਗਿਰਾਸ, ਇਹ ਇਸੇ ਵਾਸਤੇ ਕਰ ਰਹੇ ਹਾਂ ਆਪਾਂ ਵੀ ਜੋ ਸਾਡੇ ਅੰਦਰ ਵੈਦ ਬੈਠੇ ਸਤਿਗੁਰੂ, ਅਸੀਂ ਉਹਨਾਂ ਕੋਲ ਚਲੇ ਜਾਈਏ। ਉਹਨਾਂ ਕੋਲ ਅਸੀਂ ਤਾਂ ਹੀ ਜਾਵਾਂਗੇ ਜਿੱਥੇ ਉਹ ਬੈਠੇ ਨੇ, ਤੇ ਉਹ ਬੈਠੇ ਨੇ ਸਹਿਜ ਗੁਫਾ ਦੇ ਵਿੱਚ। ਹੁਣ ਸਹਿਜ ਆਪਣਾ ਘਰ ਹੈ ਤੇ ਸਹਿਜ ਵਿੱਚ ਜਾਣ ਵਾਸਤੇ ਆਪਾਂ ਸਿਮਰਨ ਕਰਨਾ ਹੈ। ਜਦੋਂ ਅਸੀਂ ਸਹਿਜ ਵਿੱਚ ਜਾਵਾਂਗੇ ਫਿਰ ਅਸੀਂ ਸਹਿਜ ਵਿੱਚ ਜਾ ਕੇ ਮਾਲਕ ਦੀ ਉਹ ਆਵਾਜ਼ ਨੂੰ ਸੁਣਾਂਗੇ, ਨਾਮ ਨੂੰ, ਜੋ ਮਹਾਰਾਜ ਫਰਮਾਉਂਦੇ ਸੁਣਿਆ ਲਾਗੇ ਸਹਿਜ ਧਿਆਨ। ਵੀ ਜਦੋਂ ਅਸੀਂ ਸਹਿਜ 'ਚ ਜਾਵਾਂਗੇ, ਧਿਆਨ ਨਾਲ ਸੁਣਾਂਗੇ, ਸਾਨੂੰ ਮਾਲਕ ਦੀ ਆਵਾਜ਼ ਸੁਣੇਗੀ, ਨਾਮ। ਜਦੋਂ ਅਸੀਂ ਹੋਰ ਸਹਿਜ ਵਿੱਚ ਜਾਵਾਂਗੇ, ਸਾਨੂੰ ਮਾਲਕ ਦੇ ਦਰਸ਼ਨ ਹੋਣਗੇ ਪ੍ਰਕਾਸ਼ਿਤ। ਆਓ ਹੁਣ ਅਸੀਂ ਕਿਵੇਂ ਸਹਿਜ ਵਿੱਚ ਜਾਣਾ, ਉਹਦੇ ਵਾਸਤੇ ਇਹ ਆਪਾਂ ਮਿਲ ਕੇ ਸਾਰਿਆਂ ਨੇ ਸਾਸ ਗਿਰਾਸ ਸਿਮਰਨ ਕਰਨਾ ਹੈ। ਜਦੋਂ ਆਪਣੇ ਸਵਾਸ ਅੰਦਰ ਨੂੰ ਜਾਣ, ਆਪਾਂ ਉਚਾਰਨ ਕਰਨਾ ਹੈ ਵਾਹੇ। ਜਦੋਂ ਸਵਾਸ ਬਾਹਰ ਨੂੰ ਆਉਣ, ਆਪਾਂ ਬੋਲਣਾ ਹੈ ਗੁਰੂ, ਅਤੇ ਆਪਣੀ ਆਵਾਜ਼ ਨੂੰ ਪੂਰਾ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰ। ਸਾਰਿਆਂ ਨੇ ਆਪਾਂ ਨੇਤਰ ਬੰਦ ਕਰ ਲੈਣੇ ਨੇ ਤੇ ਆਪਣੀ ਆਵਾਜ਼ ਦੇ ਵਿੱਚ ਪੂਰਾ ਧਿਆਨ ਰੱਖਣਾ। ਇਹ ਆਪਾਂ ਨੂੰ ਵਿਧੀ ਦੱਸੀ ਗੁਰਬਾਣੀ ਗੁਰੂ ਵਿੱਚ। ਮਹਾਰਾਜ ਫਰਮਾਉਂਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਜਿਹੜੀ ਇਹ ਆਪਣੀ ਆਵਾਜ਼ ਹੈ, ਇਹਨੂੰ ਧੁਨ ਆਖੇ। ਵੀ ਜਦੋਂ ਅਸੀਂ ਧੁਨ ਦੇ ਵਿੱਚ ਧਿਆਨ ਰੱਖਾਂਗੇ, ਆਪਣੀ ਆਵਾਜ਼ ਨੂੰ ਸੁਣਾਂਗੇ, ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਏਗਾ। ਫਿਰ ਇਹ ਸਾਨੂੰ ਕਥ ਕਹਾਣੀ ਦੀ ਸਮਝ ਆਉਣੀ, ਫਿਰ ਸਾਨੂੰ ਮਾਲਕ ਨੂੰ ਮਿਲਾਪ ਦਾ ਜਿਹੜਾ ਰਸਤਾ ਹੈ, ਫਿਰ ਸਾਨੂੰ ਇਹਦਾ ਭੇਦ ਖੁੱਲ੍ਹਣਾ, ਫਿਰ ਸਾਨੂੰ ਇਹਦਾ ਪਤਾ ਲੱਗਣਾ। ਆਓ ਹੁਣ ਜੋ ਆਪਾਂ ਨੂੰ ਸਤਿਗੁਰੂ ਕਹਿ ਰਹੇ ਸਿਮਰਨ ਕਰਨ ਨੂੰ, ਸਾਰੇ ਗੁਰਮੁਖ ਨੇਤਰ ਬੰਦ ਕਰਕੇ ਆਓ ਕਰੋ ਜੀ ਸ਼ੁਰੂ। ਵਾਹਿਗੁਰੂ
ਸਮਾਪਤੀ ਕਰਨੀ ਕਰ ਦਿੰਦੇ, ਇੱਧਰ ਨਹੀਂ ਘੁਮਾ ਦੇ, ਸਮਾਪਤੀ ਕਰ ਦਿੰਦੇ ਬਾਅਦ ਚੋਂ ਬਾਅਦ ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ ਗੁਰਮੁਖ ਪਿਆਰਿਓ, ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਇੱਥੇ ਆ ਕੇ ਆਪਾਂ ਜੁਗਤੀ ਸਿੱਖਣੀ ਹੁੰਦੀ, ਅਤੇ ਇਹ ਜੁਗਤੀ ਆਪਾਂ ਘਰ 'ਚ ਜਾ ਕੇ ਅਪਣਾਉਣੀ ਹੁੰਦੀ। ਜਿਵੇਂ ਹੁਣ ਬੱਚਾ ਸਕੂਲ ਆਉਂਦਾ, ਸਕੂਲ 'ਚ ਉਹਨੂੰ ਪੜ੍ਹਾਈ ਕਰਾਈ ਜਾਂਦੀ, ਉਹਨੂੰ ਸਬਕ ਦਿੱਤਾ ਜਾਂਦਾ ਅਤੇ ਉਹ ਘਰ ਜਾ ਕੇ ਪੜ੍ਹਦਾ, ਘਰ ਜਾ ਕੇ ਕਰਦਾ। ਹੁਣ ਇਸੇ ਤਰ੍ਹਾਂ ਹੀ ਇਹ ਜੋ ਸਤਸੰਗ ਅਤੇ ਸਤਿਗੁਰਾਂ ਨੇ ਇਹਨੂੰ ਸਕੂਲ ਦਾ ਨਾਂ ਦਿੱਤਾ, ਜਿੱਥੇ ਆ ਕੇ ਅਸੀਂ ਪਰਮਾਤਮਾ ਦੇ ਗੁਣ ਸਿੱਖਣੇ, ਉਹਦੇ ਗੁਣਾਂ ਤੋਂ ਜਾਣੂ ਹੋਣਾ, ਜਿੱਥੇ ਆ ਕੇ ਅਸੀਂ ਇਹ ਸਾਰਾ ਭੇਤ ਲੈਣਾ ਵੀ ਸਾਨੂੰ ਗੁਰਬਾਣੀ ਗੁਰੂ ਵਿੱਚ ਕੀ ਸਮਝਾ ਰਹੇ। ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ, ਬ੍ਰਹਮ ਵਿਦਿਆ। ਮਾਰੇ ਸੱਚੇ ਪਾਤਸ਼ਾਹ ਇਸ ਲਈ ਫਰਮਾਉਂਦੇ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਵੀ ਇਹ ਸਤ ਸੰਗਤ ਸਤਿਗੁਰ ਕਹਿੰਦੇ ਮੇਰਾ ਸਕੂਲ ਹੈ, ਜਿੱਥੇ ਆ ਕੇ ਇੱਕ ਸਿੱਖ ਨੇ ਸਿੱਖਿਆ ਲੈਣੀ, ਇਹ ਗਿਆਨ ਲੈਣਾ। ਹੁਣ ਜੋ ਆਪਾਂ ਨੂੰ ਗੁਰਬਾਣੀ ਗੁਰੂ ਭੇਜ ਦੇ ਰਹੇ 1430 ਅੰਗ ਦੇ ਵਿੱਚ, ਇਹ ਬ੍ਰਹਮ ਦਾ ਗਿਆਨ ਹੈ, ਬ੍ਰਹਮ ਵਿਦਿਆ ਹੈ। ਇਹ ਇਕੱਲਾ ਪੜ੍ਹਨ ਦਾ ਜਾਂ ਇਕੱਲਾ ਗਾਉਣ ਦਾ ਵਿਸ਼ਾ ਨਹੀਂ, ਇਹ ਕਮਾਉਣ ਦਾ ਵਿਸ਼ਾ ਹੈ, ਮੰਨਣ ਦਾ ਵਿਸ਼ਾ, ਇਹ ਪ੍ਰੈਕਟੀਕਲ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਹੁਣ ਜੇ ਸਾਨੂੰ ਇਹ ਬ੍ਰਹਮ ਦਾ ਗਿਆਨ ਹੋ ਜਾਏਗਾ, ਇਹ ਗਿਆਨ ਹੋਣ ਦੇ ਨਾਲ ਸਾਡੇ ਜਿਹੜੇ ਮਨ ਨੇ ਇਹ ਸੀਤਲ ਹੋ ਜਾਣਗੇ, ਠੰਡੇ ਹੋ ਜਾਣਗੇ। ਜਿਸ ਦੁਰਮਤ ਦੀ ਅਗਨ ਦੇ ਵਿੱਚ ਸਾਰਾ ਜਗਤ ਸੜਦਾ ਪਿਆ, ਜਲਦਾ ਪਿਆ ਹੈ, ਜਿਨ੍ਹਾਂ ਗੁਰਮੁਖਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਨੂੰ ਫਿਰ ਇਹ ਜਿਹੜੀ ਅਗਨ ਇਹ ਪਾਣੀ ਵਰਗੀ ਠੰਡੀ ਲੱਗਦੀ, ਉਹਨਾਂ ਨੂੰ ਜਾਲ ਨਹੀਂ ਸਕਦੀ, ਉਹਨਾਂ ਨੂੰ ਸਾੜ ਨਹੀਂ ਸਕਦੀ। ਆਪਾਂ ਉਹਨਾਂ ਗੁਰਮੁਖਾਂ ਤੋਂ ਪੁੱਛਦੇ ਹਾਂ ਵੀ ਤੁਹਾਨੂੰ ਕਾਹਤੋਂ ਨਹੀਂ ਸਾੜਦੀ, ਉਹ ਕਹਿੰਦੇ ਸਾਨੂੰ ਬ੍ਰਹਮ ਦਾ ਗਿਆਨ ਹੈ। ਮਾਰੇ ਫਰਮਾਉਂਦੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾ। ਹੁਣ ਅੱਜ ਜੇ ਸਾਡੇ ਮਨ ਅਸ਼ਾਂਤ ਨੇ, ਜੇ ਆਪਣੇ ਘਰਾਂ ਦੇ ਵਿੱਚ ਦੁੱਖ ਹੈ, ਕਲਾ ਕਲੇਸ਼ ਹੈ, ਇਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਇਹ ਦੱਸਦਾ ਵੀ ਜੋ ਅਸੀਂ ਗੁਰੂ ਘਰ ਆ ਕੇ ਲੈਣਾ ਸੀ, ਉਹ ਅਸੀਂ ਗੁਰੂ ਘਰ ਆ ਕੇ ਲਿਆ। ਜੋ ਅਸੀਂ ਇੱਥੇ ਆ ਕੇ ਗੁਰੂ ਦੀ ਮੱਤ ਲੈਣੀ ਸੀ, ਜੋ ਅਸੀਂ ਸਤਿਗੁਰਾਂ ਤੋਂ ਬ੍ਰਹਮ ਦਾ ਗਿਆਨ ਲੈਣਾ ਸੀ, ਉਹ ਅਸੀਂ ਗਿਆਨ ਨਾ ਲੈਣ ਕਰਕੇ ਤਾਂ ਸਾਡੇ ਮਨ ਅੱਜ ਸ਼ਾਂਤ ਨੇ, ਤਾਂ ਸਾਡੇ ਮਨ ਦੁਖੀ ਨੇ, ਤਾਂ ਇਹ ਦੁਰਮਤ ਦੀ ਅਗਨ ਸਾਨੂੰ ਅੰਦਰੋਂ ਸਾੜਦੀ ਹੈ, ਤਾਂ ਅਸੀਂ ਵੈਰ ਵਿਰੋਧ ਦੇ ਵਿੱਚ ਹਾਂ, ਅਤੇ ਤਾਂਹੀਓ ਇਹ ਸੰਸਾਰ 'ਚ ਲੜਾਈਆਂ ਝਗੜੇ। ਹੁਣ ਇਹ ਲੜਾਈਆਂ ਝਗੜੇ ਮਿਟ ਸਕਦੇ ਜੇ ਅਸੀਂ ਗੁਰੂ ਦੀ ਮੱਤ ਲੈ ਲਈਏ। ਜੇ ਹੁਣ ਅਸੀਂ ਗੁਰੂ ਦੀ ਮੱਤ ਨਹੀਂ ਲਵਾਂਗੇ, ਨਹੀਂ ਬ੍ਰਹਮ ਦਾ ਗਿਆਨ ਲਵਾਂਗੇ, ਫਿਰ ਜਿਹੜਾ ਆਉਣ ਵਾਲਾ ਸਮਾਂ ਇਹ ਇੱਦੋਂ ਵੀ ਭਿਆਨਕ ਹੋਏਗਾ। ਜੇ ਹੁਣ ਆਪਾਂ ਜਿਵੇਂ ਦੇਖਦੇ ਹਾਂ ਵੀ ਸੰਸਾਰ ਦੇ ਵਿੱਚ ਆਪਣੇ ਦੇਖਦੇ ਦੇਖਦੇ ਕਿੰਨਾ ਸਮਾਂ ਜਿਹੜਾ ਬਦਲ ਗਿਆ, ਅਤੇ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਏਗਾ। ਜਿਵੇਂ ਗੁਰਮੁਖ ਕਹਿ ਰਹੀ ਵੀ ਭਵਿੱਖਬਾਣੀ, ਉਹ ਆਪਾਂ ਨੂੰ ਭਵਿੱਖਬਾਣੀ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਗੁਰੂ ਵਿੱਚ ਕਰਕੇ ਸਾਰਾ ਭੇਜ ਦਿੱਤਾ ਹੋਇਆ ਭਗਤਾਂ ਨੇ, ਗੁਰੂ ਸਾਹਿਬਾਨਾਂ, ਵੀ ਜਿਹੜਾ ਆਉਣ ਵਾਲਾ ਸਮਾਂ ਉਹ ਕਿੱਦਾਂ ਦਾ ਹੋਏਗਾ। ਸਮਾਂ ਹੈ ਜਿਹੜਾ ਸਮਾਂ ਨਹੀਂ ਆਪਾਂ ਨੂੰ ਦੱਸਿਆ, ਆਪਾਂ ਨੂੰ ਲੱਛਣ ਦੱਸੇ ਵੀ ਕਲਯੁਗ ਦੇ ਜਿਹੜੇ ਲੱਛਣ ਉਹ ਕਿੱਦਾਂ ਦੇ ਹੋਣਗੇ, ਅਤੇ ਕੀ ਕੁਝ ਇਹਦੇ ਵਿੱਚ ਹੋਏਗਾ, ਅਤੇ ਕਿਵੇਂ ਫਿਰ ਸੰਸਾਰ ਦਾ ਜਿਹੜਾ
ਇਹ ਖਾਤਮਾ ਹੋਏਗਾ, ਕਿਵੇਂ ਮਹਾਂਪਰਲੋਂ ਆਉਂਦੀ ਹੈ, ਕਿਵੇਂ ਇਹ ਦੁਨੀਆ ਖਤਮ ਹੁੰਦੀ। ਫਿਰ ਉਹ ਸਾਰਾ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ, ਰਚਨਾ ਤੋਂ ਲੈ ਕੇ ਕਿਵੇਂ ਸਾਰੀ ਸ੍ਰਿਸ਼ਟੀ ਜਿਹੜੀ ਇਹਦਾ ਖਾਤਮਾ ਹੁੰਦਾ, ਉਹ ਸਾਰਾ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਬੜਾ ਸਹਿਜ ਦੇ ਵਿੱਚ ਲਿਜਾ ਕੇ ਭੇਜ ਦਿੱਤਾ ਹੋਇਆ ਵੀ ਤਾਂ ਕਿ ਸਾਨੂੰ ਭੇਦ ਆ ਜੇ ਵੀ ਹੁਣ ਕਿੱਦਾਂ ਦਾ ਸਮਾਂ ਚੱਲ ਰਿਹਾ ਅਤੇ ਆਉਣ ਵਾਲਾ ਸਮਾਂ ਉਹ ਕਿੱਦਾਂ ਦਾ ਹੋਏਗਾ। ਅਤੇ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਣਗੇ, ਜਿਹੜੇ ਨਾਮ ਦੇ ਨਾਲ ਜੁੜ ਜਾਣਗੇ, ਉਹਨਾਂ ਵਾਸਤੇ ਜਿਹੜਾ ਕਲਯੁਗ ਹੈ ਉਹ ਸਭ ਤੋਂ ਉੱਤਮ ਹੈ। ਜਿਵੇਂ ਹੁਣ ਆਮ ਤਾਂ ਜੀਵ ਕਹਿੰਦੇ ਵੀ ਕਲਯੁਗ ਬੜਾ ਮਾੜਾ ਹੈ, ਬੜਾ ਭਿਆਨਕ ਹੈ, ਪਰ ਕਲਯੁਗ ਨੂੰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਧੰਨ ਆਖਿਆ ਗੁਰਬਾਣੀ 'ਚ। ਮਹਾਰਾਜ ਕਹਿੰਦੇ ਕਲਯੁਗ ਕਿਹਨਾਂ ਵਾਸਤੇ ਧੰਨ ਹੈ? ਉਹਨਾਂ ਵਾਸਤੇ ਧੰਨ ਹੈ ਜਿਹੜੇ ਮਾਲਕ ਦੀ ਭਗਤੀ ਕਰਦੇ, ਜਿਹੜਾ ਉਹਦਾ ਸਿਮਰਨ ਕਰਦੇ, ਜਿਹੜੇ ਉਹਦੀ ਬੰਦਗੀ ਕਰਦੇ, ਜਿਹੜੇ ਮਾਲਕ ਨਾਲ ਮਿਲਾਪ ਕਰ ਲੈਂਦੇ, ਉਹਨਾਂ ਵਾਸਤੇ ਸਮਾਂ ਜਿਹੜਾ ਧੰਨ ਹੈ। ਮਹਾਰਾਜ ਫਰਮਾਉਂਦੇ ਧੰਨ ਸੋ ਕਲਯੁਗ ਜਿਤ ਕੀਰਤਨ ਗਾਈਐ, ਵੀ ਕਲਯੁਗ ਤੋਂ ਧੰਨ ਹੈ ਜਿਹਦੇ ਵਿੱਚ ਬੈਠ ਕੇ ਅਸੀਂ ਮਾਲਕ ਦੀ ਕੀਰਤੀ ਕਰਦੇ। ਕਿਉਂਕਿ ਜਿਹੜੇ ਪਿਛਲੇ ਯੁੱਗ ਉਹਨਾਂ ਦੇ ਵਿੱਚ ਜੀਵ ਕਈ ਹਜ਼ਾਰਾਂ ਸਾਲ ਤਪ ਵੀ ਕਰਦੇ ਰਹਿੰਦੇ, ਉਹਨਾਂ ਨੂੰ ਤਾਂ ਵੀ ਨਾਮ ਦਾ ਭੇਤ ਨਾ ਹੁੰਦਾ, ਸੋਝੀ ਨਾ ਹੁੰਦੀ। ਪਰ ਇਹ ਕਲਯੁਗ ਦੇ ਵਿੱਚ ਮਹਾਰਾਜ ਨੇ ਆਪਾਂ ਨੂੰ ਇੰਨੀ ਛੋਟ ਦਿੱਤੀ ਹੈ, ਅਸੀਂ ਜੇ 8 ਪਹਿਰ ਲਗਾਤਾਰ ਸਿਮਰਨ ਕਰ ਲਈਏ, ਵਿਚਾਰਾਂ ਤੋਂ ਰਹਿਤ ਹੋ ਗਏ, ਅਤੇ ਸਾਨੂੰ 8 ਪਹਿਰਾਂ ਦੇ ਵਿੱਚ ਹੀ ਪੂਰਨ ਸਤਿਗੁਰ ਦਾ ਗਿਆਨ ਹੋ ਜਾਂਦਾ। ਇਸ ਲੋਕ ਦਾ ਵੀ ਅਤੇ ਸਾਡੇ ਦੇਸ਼ ਪਰਲੋਕ ਦਾ ਵੀ। ਇਹ ਇੰਨੀ ਕਲਯੁਗ ਦੇ ਵਿੱਚ ਆਪਾਂ ਨੂੰ ਛੋਟ ਦਿੱਤੀ ਗਈ। ਮਹਾਰਾਜ ਫਰਮਾਉਂਦੇ 8 ਪਹਿਰ ਅਰਾਧੀ ਹੈ ਪੂਰਨ ਸਤਿਗੁਰ ਗਿਆਨ, ਵੀ ਉਹ ਅਧੂਰਾ ਨਹੀਂ, ਪੂਰਨ ਗਿਆਨ ਹੋ ਜਾਣਾ ਜੇ ਅਸੀਂ 8 ਪਹਿਰ ਅਰਾਧਾਂਗੇ। ਤਾਂ ਕਰਕੇ ਫਿਰ ਇਹ ਯੁੱਗ ਨੂੰ, ਕਲਯੁੱਗ ਨੂੰ ਸਭ ਤੋਂ ਉੱਤਮ ਵੀ ਆਖਿਆ ਮਹਾਰਾਜ। ਫਰਮਾਉਂਦੇ ਨੇ ਸਤਿਯੁਗ ਦੁਆਪਰ ਤ੍ਰੇਤਾ ਭਣੀਏ, ਕਲਯੁਗ ਉੱਤਮੋ ਜੁਗਾਂ ਮਾਹੇ, ਵੀ ਸਾਰਿਆਂ ਯੁੱਗਾਂ ਤੋਂ ਕਲਯੁਗ ਉੱਤਮ ਹੈ, ਕਿਉਂਕਿ ਇਹਦੇ ਵਿੱਚ ਕਿਰਪਾ ਬੜੀ ਛੇਤੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕਲਯੁਗ ਦੇ ਵਿੱਚ ਹੀ ਫਿਰ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਨਾਮ ਦਾ ਬੜਾ ਖੋਲ੍ਹ ਕੇ ਭੇਜ ਦਿੱਤਾ। ਵੀ ਜਿੱਥੇ ਕਲਯੁਗ ਦੇ ਸਮੇਂ ਦੇ ਵਿੱਚ ਕਲਾ ਦਾ ਯੁੱਗ ਹੈ, ਕਲਾ ਵਰਤਦੀ, ਉੱਥੇ ਕਿਰਪਾ ਵੀ ਨਾਲ ਬੜੀ ਵਰਤਦੀ ਮਾਲਕ ਦੀ। ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ 4 ਯੁੱਗਾਂ ਦਾ ਸਮਾਂ ਸਾਡੇ ਮਨ ਨੂੰ ਦਿੱਤਾ ਜਾਂਦਾ ਖੇਲਣ ਵਾਸਤੇ। ਹੁਣ ਆਪਾਂ 7 ਯੁੱਗ ਤੋਂ ਚੱਲੇ ਹਾਂ, 4ਥਾ ਯੁੱਗ ਹੈ, ਆਪਾਂ ਨੂੰ ਚੌਕੜੀ ਕਹਿੰਦੇ ਨੇ। ਹੁਣ ਕਲਯੁੱਗ ਦੇ ਵਿੱਚ ਮਹਾਰਾਜ ਕਹਿੰਦੇ 4ਥੇ ਯੁੱਗ ਦੇ ਵਿੱਚ ਮੈਂ ਹੁਣ ਨਵੇੜਾ ਕਰਨਾ। ਜਿਹੜਾ ਮੇਰੇ ਕੋਲ ਨਿਧਾਨ ਹੈ, ਨਿਧਾਨ ਕਹਿੰਦੇ ਖਜ਼ਾਨੇ ਨੂੰ, ਨਾਮ ਨੂੰ ਖਜ਼ਾਨਾ ਆਖਿਆ ਨਿਧਾਨ। ਅਤੇ ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਇਹ ਨਿਧਾਨ ਮੈਂ ਵਰਤਾਉਣਾ, ਇਹ ਮੈਂ ਖਜ਼ਾਨਾ ਦੇਣਾ। ਅਤੇ ਖਜ਼ਾਨਾ ਦੇਵਾਂਗਾ ਕਿਹਨਾਂ ਨੂੰ? ਕਹਿੰਦੇ ਦੇਵਾਂਗਾ ਉਹਨਾਂ ਨੂੰ ਜਿਹੜੇ ਗੁਰੂ ਦੀ ਸ਼ਰਨ 'ਚ ਆਉਣਗੇ, ਜਿਹੜੇ ਹੁਕਮ ਦੇ ਵਿੱਚ ਆਉਣਗੇ। ਮਹਾਰਾਜ ਫਰਮਾਉਂਦੇ ਨੇ 4 ਯੁੱਗਾਂ ਕਾ ਹੁਣ ਨਵੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ। ਸਤਿਗੁਰੂ ਕਹਿੰਦੇ ਵੀ ਇਹ 4 ਯੁੱਗਾਂ ਦਾ ਹੁਣ ਨਵੇੜਾ, ਇਹ ਅਖੀਰਲਾ ਯੁੱਗ ਹੈ, ਅਤੇ ਇਸ ਯੁੱਗ ਦੇ ਵਿੱਚ ਮੈਂ ਹੁਣ ਇਹ ਜਿਹੜਾ ਖਜ਼ਾਨਾ ਇਹ ਦੇਣਾ ਹੈ। ਅਤੇ ਦੇਣਾ ਕਿਹਨਾਂ ਨੂੰ? ਜਿਹੜੇ ਗੁਰਮੁਖ, ਜਿਹੜੇ ਗੁਰੂ ਦੇ ਹੁਕਮ ਦੇ ਵਿੱਚ ਆਉਂਦੇ, ਜਿਹੜੇ ਗੁਰੂ ਦੀ ਸ਼ਰਨ 'ਚ ਆਉਂਦੇ, ਉਹਨਾਂ ਨੂੰ ਫਿਰ ਇਹ ਖਜ਼ਾਨਾ ਮਾਲਕ ਸੌਂਪਦਾ ਹੈ। ਅਤੇ ਇਹ ਗੁਰਮੁਖ ਫਿਰ ਸਤਿਗੁਰ ਪਾਸੋਂ ਇਹ ਖਜ਼ਾਨੇ ਆ ਜਿਹੜਾ ਉਹਦੀ ਪ੍ਰਾਪਤੀ ਕਰ ਲੈਂਦੇ। ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਜਿਨ੍ਹਾਂ ਗੁਰਮੁਖਾਂ ਨੇ ਫਿਰ ਇਹ ਪ੍ਰਾਪਤੀ ਕਰ ਲਈ, ਜਿਹੜੇ ਗੁਰਸਿੱਖ ਨੇ ਪ੍ਰਾਪਤੀ ਕਰ ਲਈ, ਉਹਨਾਂ ਗੁਰਸਿੱਖਾਂ ਨੂੰ ਫਿਰ ਗੁਰਬਾਣੀ ਗੁਰੂ 'ਚ ਕਹਿੰਦੇ ਵੀ ਇਹ ਗੁਰਸਿੱਖ ਧੰਨ ਹੈ, ਵੀ ਇਹਨਾਂ ਨੇ ਸਤਿਗੁਰ ਪਾਸ ਗਏ, ਇਹ ਅੰਦਰ ਗੁਰਦੁਆਰੇ ਦੇ ਵਿੱਚ ਗਏ, ਇਹਨਾਂ ਨੇ ਗੁਰਦੁਆਰੇ 'ਚ ਜਾ ਕੇ ਸਤਿਗੁਰਾਂ ਤੋਂ ਉਹ ਜਿਹੜਾ ਖਜ਼ਾਨਾ ਸੀ ਉਹ ਖਜ਼ਾਨੇ ਦੀ ਪ੍ਰਾਪਤੀ ਕਰਤੀ। ਮਹਾਰਾਜ ਫਰਮਾਉਂਦੇ ਨੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ, ਵੀ ਉਹ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੈ ਜਿਹੜਾ ਅੰਦਰ ਗੁਰਦੁਆਰੇ ਗਿਆ ਅਤੇ ਜਿਹਨੇ ਨਾਮ ਦੀ ਪ੍ਰਾਪਤੀ ਕੀਤੀ ਸਤਿਗੁਰੂ ਤੋਂ। ਹੁਣ ਇਸ ਵਾਸਤੇ ਗੁਰਮੁਖ ਪਿਆਰਿਓ, ਇਹ ਆਪਾਂ ਸਾਰਿਆਂ ਨੂੰ ਮੌਕਾ ਹੈ, ਸਮਾਂ ਹੈ, ਹੁਣ ਆਪਣੇ ਕੋਲ ਵੇਲਾ ਹੈ।
ਤੇ ਹੁਣ ਆਪਾਂ ਵੀ ਆਪਣੇ ਘਰ ਜਾ ਕੇ ਸਤਿਗੁਰ ਤੋਂ ਉਹ ਖਜ਼ਾਨਾ ਲੈ ਸਕਦੇ, ਕਿਉਂਕਿ ਆਪਣੇ ਵਾਸਤੇ ਮਾਲਕ ਨੇ ਰੱਖੇ। ਮਾਤਾ ਪਿਤਾ ਜਿਵੇਂ ਜੋ ਵੀ ਉਹਦੇ ਕੋਲ ਪੂੰਜੀ ਹੁੰਦੀ ਉਹਨੇ ਦੇਣਾ ਤਾਂ ਉਹਦੇ ਬੱਚਿਆਂ ਨੂੰ ਹੀ ਹੁੰਦਾ, ਪਰ ਜਿਹੜਾ ਬੱਚਾ ਕਾਬਲ ਹੈ, ਜਿਹੜਾ ਲਾਇਕ ਹੈ, ਜਿਹਦੇ ਤੇ ਭਰੋਸਾ ਕਰਦਾ, ਮਾਤਾ ਪਿਤਾ ਉਹਨੂੰ ਪਹਿਲਾਂ ਹੀ ਸੌਂਪ ਦਿੰਦਾ। ਜਿਹੜਾ ਬੱਚਾ ਨਹੀਂ ਮਾਤਾ ਪਿਤਾ ਦਾ ਕਹਿਣਾ ਮੰਨਦਾ, ਉਹਨੂੰ ਮਾਤਾ ਪਿਤਾ ਵੀ ਪਹਿਲਾਂ ਸੋਚਦਾ ਹੈ ਦੇਣ ਤੋਂ, ਵੀ ਜੇ ਮੈਂ ਇਹਨੂੰ ਦਿੱਤਾ, ਜਿੰਨੀ ਵੀ ਪੂੰਜੀ ਮੈਂ ਇੰਨੀ ਮਿਹਨਤ ਕਰਕੇ ਇਕੱਠੀ ਕੀਤੀ ਹੈ, ਤੇ ਇਹਦਾ ਕੀ ਪਤਾ ਇਹ ਸਾਰੀ ਖਰਾਬ ਕਰ ਦੇਵੇ। ਸੋ ਇਸ ਵਾਸਤੇ ਜੇ ਹੁਣ ਆਪਾਂ ਗੁਰੂ ਦੀ ਮੱਤ ਲਵਾਂਗੇ, ਸਤਿਗੁਰਾਂ ਦੇ ਭਾਣੇ ਵਿੱਚ ਆਵਾਂਗੇ, ਹੁਕਮ ਦੇ ਵਿੱਚ ਆਵਾਂਗੇ, ਤੇ ਸਤਿਗੁਰ ਨੇ ਸਾਨੂੰ ਹੀ ਖਜ਼ਾਨਾ ਦੇਣਾ। ਆਪਣੇ ਵਾਸਤੇ ਹੀ ਮਾਲਕ ਨੇ ਉਹ ਖਜ਼ਾਨਾ ਰੱਖਿਆ, ਨਾਮ ਧਨ। ਸੋ ਇਸ ਲਈ ਉਹ ਖਜ਼ਾਨਾ ਲੈਣ ਦੇ ਆਪਾਂ ਸਾਰੇ ਹੱਕਦਾਰ ਬਣੀਏ, ਤੇ ਉਹਦੇ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਪੜ੍ਹ ਕੇ ਸਹਿਜ ਦੇ ਨਾਲ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਇੱਧਰ ਉੱਧਰ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਵੀ ਆਪਾਂ ਵਿਚਾਰ ਗੁਰਬਾਣੀ ਗੁਰੂ ਦੁਆਰਾ ਕਰਦੇ ਹਾਂ, ਆਪਾਂ ਨੂੰ ਇਹ ਸਾਰਾ ਭੇਤ ਦਿੱਤਾ ਗੁਰਬਾਣੀ ਗੁਰੂ ਦੁਆਰਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਗੁਰਮੁਖਾਂ ਨੇ ਭੇਤ ਦਿੱਤਾ ਗੁਰਬਾਣੀ ਗੁਰੂ ਦੇ ਆਸ਼ੀ ਮੁਤਾਬਕ, ਉਸੇ ਗਿਆਨ ਨੂੰ ਆਪਾਂ ਅੱਗੇ ਸਾਂਝ ਪਾਉਂਦੇ ਹਾਂ, ਦ੍ਰਿੜ ਕਰਦੇ ਹਾਂ, ਵੀ ਤਾਂ ਕਿ ਇਹ ਗਿਆਨ ਆਪਣੇ ਹਿਰਦੇ 'ਚ ਵਸ ਜੇ, ਅਤੇ ਇਸ ਹਿਰਦੇ 'ਚ ਗਿਆਨ ਨੂੰ ਵਸਾ ਕੇ ਗੁਰੂ ਦੀ ਮੱਤ ਦੇ ਕੇ ਮਨ ਨੂੰ ਆਪਾਂ ਇਹਨੂੰ ਆਪਣੇ ਘਰ ਲੈ ਚੱਲੀਏ, ਮਹਿਲ ਦੇ ਵਿੱਚ, ਸਹਿਜ ਘਰ ਦੇ ਵਿੱਚ। ਜੋ ਮਹਾਰਾਜ ਆਪਾਂ ਨੂੰ ਫਰਮਾਉਂਦੇ, ਮਨੁਆ ਕਿਉਂ ਘਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ, ਗਿਆਨ ਮਤੀ ਘਰ ਆਵੇ। ਵੀ ਜਿਹੜਾ ਅਸੀਂ ਕਹਿੰਦੇ ਹਾਂ ਨਾ, ਸਾਡਾ ਮਨ 'ਚ ਨਹੀਂ ਵਸ 'ਚ ਆਉਂਦਾ, ਸਾਡਾ ਮਨ ਟਿਕਦਾ ਨਹੀਂ, ਇਹ ਹੁਣ ਮਨ ਨੂੰ ਟਿਕਾਉਣ ਦੇ ਦੋ ਤਰੀਕੇ ਨੇ। ਇੱਕ ਤਾਂ ਇਹ ਸਿਮਰਨ ਅਭਿਆਸ, ਨਾਲ ਨਾਲ ਆਪਣੇ ਮਨ ਨੂੰ ਗੁਰੂ ਦੀ ਮੱਤ ਦੇਣੀ, ਗਿਆਨ ਦੇ। ਜੇ ਸਾਨੂੰ ਗਿਆਨ ਹੋਏਗਾ ਤੇ ਫਿਰ ਅਸੀਂ ਗਿਆਨ ਦੁਆਰਾ ਹੀ ਮਨ ਨੂੰ ਰੋਕ ਦਾਂਗੇ। ਪਰ ਇਹ ਗਿਆਨ ਸਾਨੂੰ ਗੁਰੂ ਤੋਂ ਬਿਨਾਂ ਹੁੰਦਾ ਨਹੀਂ। ਜਿਵੇਂ ਮਹਾਰਾਜ ਉਦਾਹਰਨ ਦਿੰਦੇ ਵੀ ਕੁੰਭ ਹੈ ਘੜਾ, ਉਹਦੇ ਵਿੱਚ ਅਸੀਂ ਪਾਣੀ ਰੋਕ ਲੈਂਦੇ ਹਾਂ, ਪਾਣੀ ਖੜ ਜਾਂਦਾ। ਇਹ ਇਸੇ ਤਰ੍ਹਾਂ ਹੀ ਇਹ ਸਾਡਾ ਜਿਹੜਾ ਮਨ, ਇਹ ਗਿਆਨ ਦਾ ਬੰਨ੍ਹਿਆ ਹੋਇਆ ਖੜਦਾ। ਮਹਾਰਾਜ ਫਰਮਾਉਂਦੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹੁਣ ਆਪਾਂ ਇਹ ਗਿਆਨ ਲੈਣ ਵਾਸਤੇ ਫਿਰ ਇਹ ਸਤ ਸੰਗਤ ਕਰਨੀ ਹੈ, ਵੀ ਤਾਂ ਕਿ ਸਾਡੇ ਮਨ ਨੂੰ ਗਿਆਨ ਹੋ ਜੇ, ਅਤੇ ਗਿਆਨ ਦੁਆਰਾ ਅਸੀਂ ਇਹਨੂੰ ਰੋਕ ਲਈਏ, ਤਾਂ ਕਿ ਇਹ ਭੱਜੇ ਨਾ ਇੱਧਰ ਉੱਧਰ, ਅਤੇ ਇਹ ਆਪਣੇ ਘਰ ਚਲਾ ਜਾਵੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਨੇ। ਇਹ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਦੇ ਸਤਿਗੁਰੂ ਬਖਸ਼ਣਯੋਗ ਨੇ। ਅਤੇ ਜਿੰਨੀ ਵੀ ਆਪਾਂ ਵਿਚਾਰ ਕੀਤੀ ਹੈ, ਕਿਸੇ ਵੀ ਗੁਰਮੁਖ ਪਿਆਰੇ ਨੂੰ, ਕਿਸੇ ਭੈਣ ਨੂੰ ਕਿਤੋਂ ਸਮਝ ਨਾ ਲੱਗੀ ਹੋਵੇ, ਜਾਂ ਆਪਣੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਜਾਂ ਕੋਈ ਸ਼ੰਕਾ ਹੁੰਦਾ, ਉਹ ਆਪਾਂ ਝਿਜਕਣਾ ਨਹੀਂ, ਆਪਾਂ ਲੋਕ ਲੱਜਾ ਤੋਂ ਉੱਪਰ ਉੱਠ, ਬਈ ਆਪਣਾ ਜਿਹੜਾ ਇਹ ਸੰਗੀ ਇਸ ਵਾਸਤੇ ਹੁੰਦਾ ਵੀ ਤਾਂ ਕਿ ਅਸੀਂ ਪੁੱਛ ਕੇ ਰਸਤੇ 'ਤੇ ਚੱਲੀਏ, ਅਤੇ ਤਾਂ ਕਿ ਜੋ ਸਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ, ਕੋਈ ਰੁਕਾਵਟ ਆਉਂਦੀ, ਉਹ ਰੁਕਾਵਟ ਨੂੰ ਅਸੀਂ ਦੂਰ ਕਰਨਾ। ਇਹ ਹੋ ਕੇ ਸਾਨੂੰ ਇਹ ਹੁਕਮ ਹੈ ਗੁਰਬਾਣੀ ਗੁਰੂ ਵਿੱਚ, ਵੀ ਜਿੱਥੇ ਆਪਾਂ ਦੇਹ ਛੱਡਣ ਤੋਂ ਮਗਰੋਂ ਜਾਣਾ, ਉੱਥੇ ਆਪਾਂ ਜਿਉਂਦੇ ਜੀ ਪਹਿਲਾਂ ਪਹੁੰਚਣਾ। ਜਿੱਥੇ ਜੀ ਮਰ ਕੇ ਜਾਂਦਾ, ਉੱਥੇ ਆਪਾਂ ਮਰਨ ਤੋਂ ਪਹਿਲਾਂ ਪਹੁੰਚਣਾ। ਅਤੇ ਆਪਾਂ ਨੂੰ ਪਹਿਲਾਂ ਪਤਾ ਨਹੀਂ ਵੀ ਅਸੀਂ ਮਰਨ ਤੋਂ ਬਾਅਦ ਜਾਣਾ ਕਿੱਥੇ, ਅਤੇ ਗੁਰਬਾਣੀ ਗੁਰੂ 'ਚ ਸਾਰਾ ਦੱਸ ਦਿੱਤਾ। ਮਰਨ ਤੋਂ ਬਾਅਦ ਆਪਾਂ ਉੱਥੇ ਜਾਣਾ ਜਿੱਥੇ ਆਪਾਂ ਰੋਜ਼ ਰਾਤ ਨੂੰ ਜਾਂਦੇ, ਸੌਣ ਤੋਂ ਮਗਰੋਂ। ਆਪਾਂ ਰੋਜ਼ ਮਰਦੇ ਹਾਂ, ਫਰਕ ਸਿਰਫ ਇੰਨਾ ਹੈ ਵੀ ਰਾਤ ਹੈ ਜਿਹੜੀ ਇੱਕ ਛੋਟੀ ਮੌਤ ਹੈ। ਸਵਾਹ ਚੱਲ ਰਹੇ ਨੇ, ਅਤੇ ਪਰਿਵਾਰ ਦੇ ਮੈਂਬਰਾਂ ਨੂੰ ਆਸ ਹੁੰਦੀ ਵੀ ਸੁੱਤੇ ਪਏ ਨੇ, ਉੱਠ ਖੜਨਗੇ। ਜਦੋਂ ਅੰਤ ਸਮਾਂ ਆਉਂਦਾ, ਇੱਥੋਂ ਹੀ ਸਵਾਸ ਮਾਲਕ ਰੋਕ ਦਿੰਦਾ, ਅਤੇ ਫਿਰ ਅਸੀਂ ਇਸ ਸਰੀਰ 'ਚ ਵੜ ਨਹੀਂ ਸਕਦੇ, ਫਿਰ ਇਹਦੇ 'ਚ ਪ੍ਰਵੇਸ਼ ਨਹੀਂ ਹੋ ਸਕਦਾ। ਇਹ ਅੱਗੇ ਦਾ ਸਾਨੂੰ ਪਤਾ ਨਹੀਂ ਵੀ ਜਾਣਾ ਕਿੱਥੇ, ਅੱਗੇ ਅਸੀਂ ਉਹ ਘਰ ਦੇਖਿਆ ਨਹੀਂ, ਫਿਰ ਅਸੀਂ ਕਿੱਥੇ ਜਾਵਾਂਗੇ। ਸੋ ਇਸ ਵਾਸਤੇ ਜੇ ਆਪਾਂ ਨੂੰ ਹੁਣ ਨਹੀਂ ਪਤਾ ਲੱਗਦਾ ਵੀ ਰਾਤ ਨੂੰ ਅਸੀਂ ਸੌਣ ਤੋਂ ਮਗਰੋਂ ਕਿੱਥੇ ਜਾਂਦੇ ਹਾਂ, ਕਿਹੜੇ ਰਾਹ ਜਾਂਦੇ ਹਾਂ, ਕਿਹੜੇ ਅਸੀਂ ਵਾਪਸ ਆਉਂਦੇ, ਫਿਰ ਜਦੋਂ ਅੰਤ ਸਮਾਂ ਆਇਆ ਫਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ, ਉੱਥੇ ਅਸੀਂ ਜਿਉਂਦੇ ਜੀ ਪਹਿਲਾਂ ਪਹੁੰਚਣਾ। ਅਤੇ ਜੇ ਆਪਾਂ ਨੂੰ ਨਹੀਂ ਪਤਾ ਵੀ ਅਸੀਂ ਕਿੱਥੇ ਜਾਣਾ ਹੈ, ਕਿਵੇਂ ਜਾਣਾ, ਉਹ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਪੁੱਛ ਲਓ,
ਜਿਹੜੇ ਗੁਰਮੁਖਾਂ ਨੇ ਜਾਣ ਬਣਾਇਆ, ਤੁਸੀਂ ਉਹਨਾਂ ਤੋਂ ਪੁੱਛ ਲਓ, ਤੁਸੀਂ ਗੁਰਬਾਣੀ ਗੁਰੂ ਤੋਂ ਪੁੱਛ ਲਓ। ਮਾਰੇ ਫਰਮਾਉਂਦੇ ਅੰਤਰ ਕੀ ਗਤ ਜਾਣੀਐ, ਗੁਰ ਮਿਲਿਆ ਸ਼ੰਕ ਅਤਾਰ, ਮੋਇਆ ਜਿਤ ਘਰ ਜਾਈਏ ਤਿਤ ਜੀਵਤ ਅਮਰ ਮਾਰ। ਵੀ ਜਿੱਥੇ ਮਰ ਕੇ ਜਾਈਦਾ, ਜਿਉਂਦੇ ਜੀ ਅਸੀਂ ਉੱਥੇ ਪਹਿਲਾਂ ਪਹੁੰਚਣਾ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਇਹ ਜਿੱਥੋਂ ਆਪਾਂ ਨੂੰ ਨਹੀਂ ਸਮਝ ਲੱਗਦੀ, ਫਿਰ ਆਪਾਂ ਉੱਥੋਂ ਪੁੱਛ ਕੇ ਇਹ ਰਸਤੇ 'ਤੇ ਅੱਗੇ ਚੱਲਣਾ ਹੁੰਦਾ। ਅਤੇ ਇਹੋ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਨੇ ਵੀ ਜਦੋਂ ਆਪਾਂ ਇਕੱਠੇ ਹੁੰਦੇ ਸੰਗਤ ਰੂਪ ਦੇ ਵਿੱਚ, ਵੀ ਕੁਝ ਸੁਣੋ ਅਤੇ ਕੁਝ ਆਖੋ, ਕੁਝ ਦੱਸੋ। ਇਹਦੇ ਨਾਲ ਕੀ ਹੋਏਗਾ ਵੀ ਸਾਨੂੰ ਸਾਡੇ ਜੀਵਨ ਦਾ ਜਿਹੜਾ ਅਸਲ ਮਕਸਦ ਹੈ, ਜੋ ਅਸਲ ਮਨੋਰਥ ਹੈ, ਉਹਦਾ ਭੇਤ ਆਏਗਾ। ਅਤੇ ਕਿਵੇਂ ਅਸੀਂ ਮਾਲਕ ਨੂੰ ਮਿਲਣਾ, ਸਾਨੂੰ ਉਹਦਾ ਭੇਤ ਆਏਗਾ, ਅਤੇ ਫਿਰ ਅਸੀਂ ਇਸ ਮਾਰਗ 'ਤੇ ਚੱਲਾਂਗੇ। ਇਸ ਲਈ ਮਹਾਰਾਜ ਫਰਮਾਉਂਦੇ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।